ਹਰ ਗੋਬਿੰਦ ਸੁਭ ਸਮਤ ਪਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਾਰ ਜੋਰੀ, ਨਾਮੋ ਕਾਰ ਜੋਰੀ। ਗੁਰ ਹਰਿ ਕ੍ਰਿਸ਼ਨ ਨਾਮ ਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰਾ ਤਾਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਚਰਨ ਸ਼੍ਰੀ ਗੁਰ ਬਚਨ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਵੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦਿ ਸਚਿ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਂ ਤੇ ਲੀਕੇ ਬਨੈ ਵਿਚਾਰਨ, ਕਰਮ ਤੁਰੰਗ ਸੁਖੈਨ ਨਿਕਾਰਨ। ਜਾਂ ਤੇ ਲੀਕੇ ਬਨੈ ਵਿਚਾਰਨ। ਚਵਰ ਸ਼ਤਰ ਤਖਤ ਕੇ ਮਾਲਕ, ਗੁਰਤਾ ਗੱਦੇ ਉੱਪਰ ਸੁਭਾਇਮਾਨ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ। ਜੁਗੋ ਜੁਗ ਅਟਲ, ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ, ਕਿਰਪਾ ਨਿਧਾਨ, ਜੋਤੀ ਸਰੂਪ, ਸ਼ਬਦ ਸਰੂਪ, ਸਰਬ ਕਲਾ ਸਮਰੱਥ ਵਾਹਿਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਸੁਖਮਈ ਨਿੱਘੀ ਗੋਦ ਦੇ ਅੰਦਰ ਜੁੜ ਮਿਲ ਬੈਠੀ ਸਮੂਹ ਗੁਰੂ ਦਾ ਖਾਸ ਰੂਪ ਖਾਲਸਾ ਸਾਹਿਬ, ਮਾਈ ਭਾਈ ਸਤਸੰਗੀ ਜਨੋ। ਆਓ ਸਭ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ। ਰਸਨਾ ਸਫਲਾਓ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ।
ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੇ। ਚੱਲੇ ਪੀੜੀ ਸੋਢਿਆਂ ਰੂਪ ਦਿਖਾਵਨ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਬਾਰੇ ਉਪਕਾਰੀ। ਮੇਰੀ ਬੇਰੀ ਦੇ ਮਾਲਕ ਸਤਿਗੁਰੂ ਬੜੀ ਬਹਾਦਰ ਪਰ ਉਪਕਾਰੀ। ਛੇਵੇਂ ਗੁਰੂ ਨਾਨਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਸੁਖਮਈ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਸੰਧਿਆ ਦੇ ਦੀਵਾਨਾਂ ਦੇ ਵਿੱਚ ਜੁੜ ਮਿਲ ਕਰਕੇ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਸਤਸੰਗਤ ਰਾਹੀਂ ਸਵਾਸਾਂ ਨੂੰ ਸਫਲ ਬਣਾਉਣ ਦਾ ਉਦਮ ਧਾਰ ਰਹੇ ਹਾਂ। ਆਪ ਸਰਬੱਤ ਸੰਗਤਾਂ ਨੇ ਸ਼ਾਮਾਂ ਤੋਂ ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦੇ ਕੀਰਤਨ ਸੋਦਾਰੋ ਸ੍ਰੀ ਰਹਿਰਾਜ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਜਾਪ ਸ਼੍ਰੀ ਮੁਖਵਾਕ ਸਤਿਗੁਰਾਂ ਦੇ ਅੰਮ੍ਰਿਤ ਦਰਸ਼ਨ ਦੀਦਾਰ ਪ੍ਰਾਪਤ ਕਰਕੇ ਲਾਭ ਖੱਟਿਆ ਹੈ। ਸੋ ਸਮਾਂ ਹੋਏ ਸਤਿਗੁਰਾਂ ਦੀ ਪਾਵਨ ਪਵਿੱਤਰ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ। ਸੋ ਕਥਾ ਦੀ ਵਿਚਾਰ ਦਾ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਕੱਲ ਵਾਲਾ ਪ੍ਰਸੰਗ ਖੇਪ ਮਾਤਰ ਸੰਖੇਪ ਮਾਤਰ ਟੂਕ ਮਾਤਰ ਦੁਹਰਾ ਲਈਏ ਤਾਂ ਕਿ ਅੱਗੇ ਆਉਣ ਵਾਲੇ ਪ੍ਰਸੰਗ ਨੂੰ ਸਮਝਣ ਦੇ ਵਿੱਚ ਅਸਹਿਜ ਮਹਿਸੂਸ ਨਾ ਹੋਵੇ। ਬਾਬਾ ਵਿਧੀ ਚੰਦ ਸਾਹਿਬ ਜੀ 3 ਦਿਨਾਂ ਦੇ ਵਿੱਚ ਭਾਈ ਰੂਪੇ ਤੋਂ ਸਫ਼ਰ ਤੈਅ ਕਰਕੇ ਲਾਹੌਰ ਪੁੱਜ ਗਏ। ਦੂਜਾ ਘੋੜਾ ਕੱਢਣ ਦੀ ਤਰਤੀਬ ਸੋਚਦੇ ਆ, ਉਪਾਅ ਸੋਚਦੇ ਹਨ। ਇੱਥੇ ਧਰਮਸ਼ਾਲਾ ਦੇ ਵਿੱਚ ਪਹਿਲੀ ਰਾਤ ਬਤੀਤ ਕੀਤੀ ਹੈ। ਉੱਧਰੋਂ ਜਿਹੜੇ ਹੋਕਾ ਦੇਣ ਵਾਲੇ ਢੰਡੋਰਾ ਪਿੱਟਣ ਵਾਲੇ ਲੋਕ ਸਨ ਉਹਨਾਂ ਦੀ ਆਵਾਜ਼ ਸੁਣ ਕੇ ਸਿੱਖਾਂ ਨੂੰ ਪੁੱਛਿਆ ਵੀ ਕੀ ਗੱਲ ਹੈ। ਸਿੱਖਾਂ ਨੇ ਦੱਸਿਆ ਵੀ 7 ਦਿਨ ਹੋ ਗਏ ਆ, ਸ਼ਾਹਜਹਾਂ ਦਾ ਕੋਈ ਕੀਮਤੀ ਘੋੜਾ ਚੁਰਾ ਕੇ ਲੈ ਗਿਆ, ਉਹਦਾ ਕੋਈ ਖੁਰਾ ਖੋਜ ਨਹੀਂ ਲੱਭ ਰਿਹਾ। ਇਸ ਕਰਕੇ ਇਹ ਹਰ ਰੋਜ਼ ਹੋਕਾ ਦਿੰਦੇ ਆ ਕਿ ਜਿਹੜਾ ਉਸ ਘੋੜੇ ਦੀ ਖੋਜ ਖਬਰ ਦੱਸੇਗਾ ਉਸ ਨੂੰ ਮੂੰਹ ਮੰਗਿਆ ਇਨਾਮ ਪ੍ਰਾਪਤ ਹੋਏਗਾ ਬਾਦਸ਼ਾਹ ਦੇ ਪਾਸੋਂ। ਇਹ ਗੱਲ ਸੁਣ ਕੇ ਬਾਬਾ ਜੀ ਹੋਰ ਵਿਚਾਰ ਕਰਨ ਲੱਗ ਪਏ ਕਿ ਹੁਣ ਤੇ ਬਹੁਤ ਸਖਤਾਈ ਹੋਏਗੀ, ਕੋਈ ਐਸਾ ਹੀਲਾ ਅਪਣਾਵਾਂ ਜਿਹਦੇ ਨਾਲ ਇਹ ਕਾਰਜ ਸਰ ਜਾਵੇ। ਰਾਤ ਨੂੰ ਚੋਰੀ ਪਹਿਲੀ ਗੱਲ ਕਿਲ੍ਹੇ ਦੇ ਵਿੱਚ ਪ੍ਰਵੇਸ਼ ਨਹੀਂ ਕੀਤਾ ਜਾਣਾ। ਜੇ ਪ੍ਰਵੇਸ਼ ਕਰ ਵੀ ਗਏ ਲੱਖਾਂ ਦੀ ਗਿਣਤੀ ਦੇ ਵਿੱਚ ਪਹਿਰੂਦਾਰ ਹਨ, ਉਹਨਾਂ ਨਾਲ ਆਮੋ ਸਾਹਮਣਾ ਹੋਇਆ ਕਿੰਨਿਆਂ ਕੁ ਨੂੰ ਮਾਰਾਂਗੇ, ਇਹ ਵੀ ਗੱਲ ਅਯੋਗ ਹੈ। ਔਰ ਜੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਕਾਰਜ ਪੂਰਾ ਕੀਤੇ ਤੋਂ ਬਿਨਾਂ ਮੇਰੀ ਮੌਤ ਹੋ ਗਈ ਤੇ ਇਹ ਵੀ ਕੰਮ ਯੋਗ ਨਹੀਂ। ਇਹਦੇ ਵਿੱਚ ਗੁਰਾਂ ਦਾ ਅਪਵਾਦ ਵੀ ਹੋਏਗਾ ਵੀ ਗੁਰੂ ਕਾ ਸਿੱਖ ਕਾਰਜ ਵਾਸਤੇ ਆਇਆ ਸੀ ਔਰ ਤੁਰਕੜਿਆਂ ਹੱਥੋਂ ਪਕੜਿਆ ਗਿਆ ਹੈ, ਮਾਰਿਆ ਗਿਆ ਹੈ। ਇਉਂ ਅਨੇਕਾਂ ਸੋਚਾਂ ਵਿਚਾਰਾਂ ਕਰ ਰਹੇ ਹਨ ਕਿ ਕੋਈ ਮਤ ਦੇ ਵਿੱਚ ਉਹ ਯਤਨ ਕੋਈ ਹੀਲਾ ਸਫੁਰਨ ਹੋ ਆਵੇ। ਵਾਰ-ਵਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਜ਼ ਗੁਜ਼ਾਰਦੇ ਹੈ ਕਿ ਕੋਈ ਸੋਹਣਾ ਕੋਈ ਐਸਾ ਉਪਾਅ ਜਿਹਦੇ ਨਾਲ ਮੈਂ ਜੋ ਕਾਰਜ ਕਰਨ ਦੇ ਵਾਸਤੇ ਆਇਆ ਕਾਰਜ ਸਿਰੇ ਚੜ੍ਹ ਜਾਵੇ, ਮੈਨੂੰ ਖੁਰਾਵੇ, ਸਤਿਗੁਰੂ ਰਸਤਾ ਵਿਖਾਉਣ। ਐਸੀਆਂ ਵਿਚਾਰਾਂ ਐਸੀਆਂ ਅਰਦਾਸਾਂ ਆਪਣੇ ਹਿਰਦੇ ਵਿੱਚ ਕਰ ਰਹੇ ਹਨ। ਕੱਲ੍ਹ ਆਪਾਂ ਇਹ ਪ੍ਰਸੰਗ ਇੱਥੋਂ ਤੱਕ ਸ਼ਰਵਣ ਕੀਤਾ ਸੀ। ਅੱਗੇ ਜਿਸ ਤਰੀਕੇ ਨਾਲ ਗੁਰੂ ਕੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆ ਰਹੀ ਹੈ, ਆਓ ਮਨ ਚ ਬਿਰਤੀਆਂ ਇਕਾਗਰ ਕਰਕੇ ਇਹ ਪਾਵਨ ਪਵਿੱਤਰ ਰਸਮਈ ਪ੍ਰਸੰਗ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਇਸ ਕਰਕੇ ਬਹੁਤ ਚੰਗੇ ਤਰੀਕੇ ਨਾਲ ਸੋਚਣਾ ਬਣਦਾ ਹੈ। ਬੜੀ ਤਸੱਲੀ ਦੇ ਨਾਲ ਸੋਚ ਸਮਝ ਕੇ ਕੋਈ ਹੀਲਾ ਅਪਣਾਵਾਂ, ਕੋਈ ਯਤਨ ਬਣਾਵਾਂ, ਕਰੋ ਤੁਰੰਗ ਸੁਖੈਨ ਵਿਕਾਰਨ, ਜਿਸ ਦਾ ਕਰਕੇ ਕਿ ਮੈਂ ਸੁਖਾਲੇ ਤਰੀਕੇ ਨਾਲ ਘੋੜਾ ਕੱਢ ਲਵਾਂ, ਮੈਨੂੰ ਲੜਾਈ ਨਾ ਲੜਨੀ ਪਵੇ, ਬਾਦਸ਼ਾਹ ਦੇ ਸੈਨਿਕਾਂ ਦੇ ਨਾਲ ਆਮੋ ਸਾਹਮਣਾ ਨਾ ਕਰਨਾ ਪਵੇ। ਪਲਟਾਂ ਬੇਸ ਪਛਾਨੈ ਨਾਹੀ, ਇਸ ਕਰਕੇ ਹੁਣ ਮੈਂ ਕੋਈ ਐਸਾ ਭੇਸ ਬਣਾ ਲਵਾਂ, ਆਪਣਾ ਰੂਪ ਰੰਗ ਤਬਦੀਲ ਕਰ ਲਵਾਂ ਕਿ ਜਿਸ ਭੇਸ ਦੇ ਵਿੱਚ, ਜਿਸ ਰੂਪ ਦੇ ਵਿੱਚ ਮੈਨੂੰ ਇਹ ਪਰਖ ਨਾ ਸਕਣ, ਮੈਨੂੰ ਪਛਾਣ ਨਾ ਸਕਣ। ਬੁੱਧ ਬਲ ਕਰ ਮਿਲ ਤੁਰਕਨ ਮਾਹੀ, ਆਪਣੀ ਬੁੱਧੀ ਦੇ ਬਲ ਦੇ ਨਾਲ, ਆਪਣੀ ਬੁੱਧੀ ਦੀ ਚਤੁਰਾਈ ਦੇ ਨਾਲ ਮੈਂ ਇਹਨਾਂ ਤੁਰਕਾਂ ਦੇ ਵਿੱਚ ਇੱਕ ਵਾਰ ਫਿਰ ਭੇਸ ਤਬਦੀਲ ਕਰਕੇ ਰੂਪ ਬਦਲ ਕੇ ਵੜ ਜਾਵਾਂ। ਅਬ ਖੋਜੀ ਕੀ ਚਾਹੇ ਕਨੇਰੋ, ਹੁਣ ਬਾਦਸ਼ਾਹ ਦੇ ਤਾਈਂ ਕਿਸੇ ਖੋਜੀ ਦੀ ਇੱਛਾ ਹੈ, ਲੋੜ ਹੈ ਬੜੀ ਵੱਡੀ, ਜਿਹੜਾ ਉਸ ਘੋੜਾ ਜਿਹੜਾ ਮੈਂ ਲੈ ਕੇ ਗਿਆ ਉਹਦਾ ਕੋਈ ਖੁਰਾ ਖੋਜ ਦੱਸ ਸਕੇ, ਉਹਦੀ ਕੋਈ ਨਿਸ਼ਾਨੀ ਦੱਸ ਸਕੇ। ਰੋਜ਼ ਪੁਕਾਰਤ ਕਰਤੇ ਫੇਰੋ, ਹਰ ਰੋਜ਼ ਇਹ ਖੋਜੀ ਲੱਭਦੇ ਫਿਰ ਰਹੇ ਹਨ ਜਿਹੜੇ ਇਸ ਦੇ ਢੰਡੋਰੀਏ ਆ, ਹੋਕਾ ਦਿੰਦੇ ਆ ਵੀ ਕੋਈ ਘੋੜੇ ਦਾ ਪਤਾ ਦੱਸਣ ਵਾਲਾ ਮਨੁੱਖ ਜਿਹੜਾ ਤਸੱਲੀ ਨਾਲ ਦੱਸ ਦੇਵੇ ਵੀ ਘੋੜਾ ਕਿੱਥੇ ਆ, ਕੋਈ ਮਿਲ ਜਾਵੇ। ਸੋ ਸਰੂਪ ਧਰ ਪਹੁੰਚੋ ਜਾਈ, ਇਸ ਕਰਕੇ ਹੁਣ ਮੈਂ ਉਹ ਰੂਪ ਬਣਾ ਲਵਾਂ ਆਪਦਾ ਖੋਜੀਆਂ ਵਾਲਾ, ਰਮਲੀਆਂ ਵਾਲਾ। ਇਹਨਾਂ ਨੂੰ ਪੁਰਾਣੇ ਸਮਿਆਂ 'ਚ ਰਮਲੀਏ ਕਿਹਾ ਜਾਂਦਾ ਸੀ। ਅਨੇਕ ਪ੍ਰਕਾਰ ਦੇ ਹੁੰਦੇ ਸੀ ਇਹਨਾਂ ਕੋਲ, ਆਪਣੀ ਜੱਦੀ ਪੁਸ਼ਤੀ ਵਿੱਦਿਆ ਹੁੰਦੀ ਸੀ। ਇਹ ਅਨੇਕਾਂ ਤਰੀਕਿਆਂ ਦੇ ਨਾਲ ਚਿੰਨ੍ਹ ਦੇਹੀਆਂ ਪਕੜਦੇ ਹੁੰਦੇ ਸੀ। ਜੇ ਕੋਈ ਚੀਜ਼, ਕੋਈ ਪਸ਼ੂ ਜਾਂ ਕੋਈ ਮਨੁੱਖ ਗਵਾਚ ਜਾਣਾ, ਕੋਈ ਚੋਰੀ ਹੋ ਜਾਣੀ, ਇਹ ਸ਼ੁਭ ਵੇਲਾ ਵੇਖ ਕੇ ਜਾਂ ਪੈੜਾਂ ਜਾਂ ਹਾਲਾਤ ਵੇਖ ਕੇ ਇਹ ਟੇਵੇ ਲਾਇਆ ਕਰਦੇ ਸੀ ਵੀ ਉਹ ਕਿੱਧਰ ਗਈ ਹੋਊਗੀ, ਕਿੱਥੇ ਹੋਊਗੀ, ਕਿੰਨੀ ਦੂਰੀ 'ਤੇ ਹੋਊਗੀ, ਕਿੱਥੋਂ ਤੱਕ ਨਿਕਲ ਚੁੱਕੀ ਹੋਊਗੀ, ਵਾਪਸ ਕਿੰਨੇ ਸਮੇਂ ਤੱਕ ਮਿਲ ਸਕਦੀ ਹੈ। ਇਤਿਆਦਿ ਕਿ ਇਹਨਾਂ ਦੀ ਵਿੱਦਿਆ ਹੁੰਦੀ ਸੀ ਪੁਰਾਣੇ ਸਮੇਂ ਦੇ ਖੋਜੀਆਂ ਦੀ। ਸੋ ਬਾਬਾ ਜੀ ਕਹਿੰਦੇ ਹੁਣ ਮੈਂ ਖੋਜੀ ਬਣ ਜਾਵਾਂ। ਖੋਜੀ ਦੀ ਲੋੜ ਵੀ ਆ ਬਾਦਸ਼ਾਹ ਸ਼ਾਹਜਹਾਂ ਨੂੰ। ਉਹ ਅਨੇਕਾਂ ਖੋਜੀਆਂ ਦੇ ਪਾਸੋਂ ਲੱਭਦਾ ਵੀ, ਪੁੱਛਦਾ ਵੀ ਫਿਰਦਾ ਵੀ ਮੇਰਾ ਪਹਿਲਾ ਘੋੜਾ ਕਿੱਥੇ ਹੈ। ਵਿਖਾਂ ਸ਼ਾਹ ਹੈ ਕੋ ਨਿਕਸਾਈ, ਇਸੇ ਬਹਾਨੇ ਨਾਲੇ ਬਾਦਸ਼ਾਹ ਨੂੰ ਵੇਖ ਲਊਂਗਾ ਮੈਂ, ਉਹਦਾ ਰੋਕ ਕੀ ਆ ਪਹਿਲਾ ਘੋੜਾ ਜਾਣ ਤੇ, ਔਰ ਨਾਲੇ ਜਿਹੜਾ ਦੂਜਾ ਘੋੜਾ ਹੈ ਉਹਨੂੰ ਵੀ ਇਸ ਤਰਤੀਬ ਦੇ ਨਾਲ ਮੈਂ ਕੱਢ ਸਕਦਾ ਹਾਂ। ਇਮ ਨਿਸ਼ਚੈ ਕਰ ਸੁਖਟਿਓ ਰਾਤੀ, ਇਸ ਤਰੀਕੇ ਨਾਲ ਨਿਸ਼ਚਾ ਕੀਤਾ, ਦ੍ਰਿੜ ਬਣਾ ਲਿਆ ਆਪਣਾ ਇਰਾਦਾ ਕਿ ਹੁਣ ਮੈਂ ਰੂਪ ਬਦਲ ਕੇ ਖੋਜੀ ਬਣ ਕੇ ਜਾਊਂਗਾ ਦੂਜਾ ਘੋੜਾ ਕੱਢਣ ਦੇ ਲਈ। ਇਉਂ ਦ੍ਰਿੜ ਨਿਸ਼ਚਾ ਕਰਕੇ ਰਾਤ ਦੇ ਸਮੇਂ ਬਿਰਾਜ ਗਏ ਹਨ। ਸਤਿਗੁਰ ਸਿਮਰਤ ਜਾਗਿਓ ਪ੍ਰਾਤੀ, ਸਵੇਰੇ ਅੰਮ੍ਰਿਤ ਵੇਲੇ ਜਾਗੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਚੇਤੇ ਕੀਤਾ ਹੈ। ਸਲਤਾ ਕੂਲ ਦੂਰ ਹੀ ਜਾਏ, ਦਰਿਆ ਦੇ ਕੰਢੇ ਤੇ, ਰਾਵੀ ਨਦੀ ਦੇ ਕੰਢੇ ਤੇ ਬੜੀ ਦੂਰ ਜਾ ਕਰਕੇ ਨਗਰ ਦੇ ਵਿੱਚੋਂ ਬਾਹਰ ਸੋਚ ਇਸ਼ਨਾਨ ਕੀਨ ਮਨ ਭਾਏ, ਆਪਣੇ ਸਰੀਰ ਦੀ ਸੁਚ ਕਿਰਿਆ ਇਤਿਆਦਿਕ ਕੀਤਾ ਹੈ ਮਨ ਪਾਉਂਦਾ ਹੋਇਆ। ਧਰੇ ਦੁਪਹਿਰੇ ਪੁਰਕੋ ਮੁਰਿਓ, ਜਦੋਂ ਦੁਪਹਿਰਾ ਢਲ ਗਿਆ, ਪਿਛਲੇ ਪੈਰ ਆਰੰਭ ਹੋ ਗਏ ਦਿਨ ਦੇ, ਉਸ ਸਮੇਂ ਫਿਰ ਵਾਪਸ ਨਗਰ ਵਾਲੇ ਪਾਸੇ ਨੂੰ ਪਰਤੇ। ਤਾਪ ਆਪ ਕੋ ਨਿਸ਼ਚੈ ਕਰਿਓ, ਚੰਗੇ ਤਰੀਕੇ ਨਾਲ ਸੋਚ ਵਿਚਾਰ ਕੇ ਇਹੀ ਮੌਕਾ ਪੱਕਾ ਬਣਾ ਲਿਆ ਵੀ ਹੁਣ ਇਹੋ ਹੀ ਦਾ ਬਚਿਆ ਇੱਕ, ਇਹ ਹੀ ਖੇਡ ਖੇਡੀ ਜਾ ਸਕਦੀ ਹੈ ਕਿ ਭੇਸ ਬਦਲਾ ਕੇ ਖੋਜੀ ਬਣ ਜਾਵਾਂ। ਖੱਤਰੀ ਸਿੱਖ ਬਹੋੜਾ ਨਾਮੂ, ਇਸ ਇਰਾਦੇ ਨੂੰ ਧਾਰ ਕੇ ਨਗਰ ਦੇ ਵਿੱਚ, ਲਾਹੌਰ ਦੇ ਵਿੱਚ ਇੱਕ ਖੱਤਰੀ ਸਿੱਖ ਸੀ ਸਤਿਗੁਰਾਂ ਦਾ, ਜਿਸ ਦਾ ਨਾਮ ਬਹੋੜਾ ਸੀ। ਕਰਹਿ ਬਜਾਜੀ ਕੋ ਬਹੁ ਕਾਮੂ, ਇਹ ਇਸ ਨਗਰ ਦੇ ਵਿੱਚ ਕੱਪੜੇ ਦੇ ਵਪਾਰ ਦਾ ਕੰਮ ਕਰਦਾ ਹੈ। ਕੱਪੜੇ ਵੇਚਣ ਦੀ ਇਸ ਦੀ ਕਿਰਤ ਹੈ। ਤਿਸ ਕੇ ਸਦਨ ਪ੍ਰਵੇਸ਼ਿਓ ਜਾਏ, ਇਸ ਸਿੱਖ ਦੇ ਘਰ ਦੇ ਵਿੱਚ ਜਾ ਕਰਕੇ ਬਾਬਾ ਬਿਧੀ ਚੰਦ ਸਾਹਿਬ ਜੀ ਦੂਜੇ ਦਿਨ ਸ਼ਾਮ ਦੇ ਵੇਲੇ ਪ੍ਰਵੇਸ਼ ਕਰ ਗਏ। ਦੇਖਤ ਉਠਿਓ ਭਾਉ ਅਧਕਾਏ, ਇਸ ਸਿੱਖ ਨੇ ਜਦੋਂ ਬਾਬਾ ਬਿਧੀ ਚੰਦ ਸਾਹਿਬ ਨੂੰ ਆਪਣੇ ਘਰ ਵਿੱਚ ਆਇਆ ਵੇਖਿਆ, ਬੜਾ ਪ੍ਰੇਮ ਹਿਰਦੇ ਵਿੱਚ ਵਧਾ ਕੇ ਬਾਬਾ ਜੀ ਦੇ ਸਤਿਕਾਰ ਦੇ ਵਾਸਤੇ ਉੱਠ ਕੇ ਖੜੋ ਗਿਆ ਹੈ। ਕਰੀ ਪਰਸਪਰ ਬੰਧਨ ਦੋ, ਔਰ ਦੋਨਾਂ ਨੇ ਇੱਕ ਦੂਜੇ ਦੇ ਤਾਈਂ ਬੜੀ ਭਾਵਨਾ ਦੇ ਨਾਲ ਨਮਸਕਾਰ ਕੀਤੀ, ਇੱਕ ਦੂਜੇ ਦਾ ਸਨਮਾਨ ਕੀਤਾ। ਹਿਰਦੈ ਆਨੰਦਤ ਖੱਤਰੀ ਸੋ, ਇਹ ਜਿਹੜਾ ਖੱਤਰੀ ਹੈ ਸਿੱਖ ਸਤਿਗੁਰਾਂ ਦਾ, ਲਾਹੌਰ ਨਿਵਾਸੀ,
ਇਹ ਹਿਰਦੇ ਦੇ ਵਿੱਚ ਬਹੁਤ ਭਾਰੀ ਉਤਸ਼ਾਹਤ ਹੋਇਆ, ਬੜਾ ਪ੍ਰਸੰਨ ਹੋਇਆ। ਗੁਰੂ ਸਾਹਿਬ ਤੂੰ ਮਤ ਭਾਰਾ, ਪ੍ਰਸੰਨ ਹੋ ਕੇ ਇਉਂ ਬਚਨ ਕਹਿੰਦਾ ਬਾਬਾ ਵਿਧੀ ਚੰਦ ਸਾਹਿਬ ਤਾਈਂ, ਬਹੁਤ ਸੂਝਵਾਨ ਸਿੱਖ ਹੈ, ਬੜਾ ਬੁੱਧੀ ਵਾਲਾ ਸਿੱਖ ਹੈ, ਚਤਰ ਚਲਾਕ, ਔਰ ਤੂੰ ਆਪਣੇ ਚਰਨ ਪਾ ਕੇ ਸਾਡੇ ਘਰ ਨੂੰ ਪਵਿੱਤਰ ਕਰ ਦਿੱਤਾ ਹੈ। ਰੋਚਰ ਪਰਿਆੰਕਟ ਸਾਵਨ ਕੀਨਾ, ਉਸੇ ਸਮੇਂ ਇੱਕ ਸੁੰਦਰ ਸੋਹਣਾ ਪਲੰਘ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਵਾਸਤੇ ਤਿਆਰ ਕੀਤਾ ਹੈ। ਤਹ ਬਿਠਾਏ ਬਹਿ ਆਦਰ ਦੀਨਾ, ਉੱਥੇ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਪਲੰਘ ਦੇ ਉੱਪਰ ਬਿਠਾਇਆ ਔਰ ਆਪ ਵੀ ਪਾਸ ਬੈਠਾ ਹੈ। ਇਉਂ ਬਾਬਾ ਜੀ ਦਾ ਸਨਮਾਨ ਕੀਤਾ, ਇਸਨੇ ਸਤਿਕਾਰ ਕੀਤਾ ਹੈ ਬੜਾ ਭਾਰੀ। ਦੰਪਤ ਮਿਲ ਕਰ ਪਾਏ ਪਖਾਰੇ, ਦੋਵਾਂ ਨੇ, ਇਸ ਸਿੱਖ ਨੇ ਤੇ ਇਸ ਦੀ ਪਤਨੀ ਨੇ, ਸਿੱਖਣੀ ਨੇ ਮਿਲ ਕਰਕੇ ਬਾਬਾ ਵਿਧੀ ਚੰਦ ਸਾਹਿਬ ਨੂੰ ਸਤਿਗੁਰਾਂ ਦਾ ਮੋਹਰੀ ਸਿੱਖ ਜਾਣਦਿਆਂ ਸਨਮਾਨ ਸਤਿਕਾਰ ਕੀਤਾ। ਆਪਣੇ ਹੱਥੀਂ ਬਾਬਾ ਜੀ ਦੇ ਚਰਨ ਧੋਣ ਦੀ ਸੇਵਾ ਨਿਭਾਈ ਹੈ। ਸੋ ਜਲ ਸੀਸ ਬਦਨ ਮਹਿ ਡਾਰੇ, ਔਰ ਬਾਬਾ ਜੀ ਦੇ ਹੱਥ ਇਤਿਆਦਿਕ, ਮੂੰਹ ਇਤਿਆਦਿਕ ਧਵਾਉਣ ਦੀ ਜਿਹੜੀ ਕਿਰਿਆ ਹੈ 5 ਇਸ਼ਨਾਨੇ ਦੀ ਨਿਭਾ ਦਿੱਤੀ। ਸਕਲ ਸਦਨ ਕੋ ਸਿੰਚਤ ਕਰਕੇ, ਇਹ ਸਿੱਖ ਦੇ ਕਰ ਕਮਲ ਧਵਾ ਕੇ ਜਿਹੜਾ ਜਲ ਸੀ ਇਹ ਘਰ ਦੇ ਵਿੱਚ ਸਾਰੇ ਦੇ ਵਿੱਚ ਛਿੱਟਾ ਦਿਸਦਾ ਹੈ ਇਸ ਜਲ ਦਾ। ਆਪਣੇ ਦੀਰਘ ਬਾਗ ਵਿਚਰਕਾ, ਇਉਂ ਆਪਣੇ ਭਾਰੀ ਭਾਗ ਵਿਚਾਰੇ ਹਨ ਕਿ ਸਾਡੇ ਤੇ ਸਤਿਗੁਰਾਂ ਦੀ ਖੁਸ਼ੀ ਹੋਈ ਹੈ। ਇਹ ਸ਼ੰਕਾ ਨਹੀਂ ਕਰਨਾ ਚਾਹੀਦਾ। ਇਹ ਰੀਤ ਹੈ ਜਿਹੜੀ ਬਾਅਦ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਖਾਲਸੇ ਪੰਥ ਦੀ ਸਾਜਨਾ ਕਰਕੇ ਇਸ ਦਾ ਖੰਡਨ ਕੀਤਾ, ਰੀਤੀ ਬੰਦ ਕਰ ਦਿੱਤੀ। ਪਹਿਲਾਂ ਗੁਰਸਿੱਖ ਆਪਸਰੀ ਦੇ ਵਿੱਚ ਇਉਂ ਹੀ ਭਾਵਨਾ ਦੇ ਨਾਲ ਮਿਲਦੇ ਸੀ ਔਰ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਖਾਸ ਸਿੱਖ ਸਮਝਦੇ ਹੈ, ਜਿਨ੍ਹਾਂ 'ਤੇ ਸਤਿਗੁਰੂ ਸਾਹਿਬ ਜੀ ਦੀ ਬਹੁਤ ਭਾਰੀ ਖੁਸ਼ੀ ਹੈ। ਔਰ ਇੰਨੀ ਭਾਰੀ ਖੁਸ਼ੀ ਆ, ਸਤਿਗੁਰੂ ਆਮ ਸੰਗਤਾਂ ਵਿੱਚ ਕਹਿੰਦੇ ਆ ਵੀ ਮੇਰੇ ਵਿੱਚ ਤੇ ਵਿਧੀ ਚੰਦ ਵਿੱਚ ਕੋਈ ਭੇਦ ਨਹੀਂ। ਜਿੱਥੇ ਬਾਬਾ ਵਿਧੀ ਚੰਦ ਸਾਹਿਬ ਆ ਗਏ ਸਮਝ ਲਓ ਉੱਥੇ ਮੈਂ ਪਹੁੰਚ ਗਿਆ। ਐਸਾ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰਨ ਵਾਲਾ ਇਹ ਭਾਰੀ ਸਿੱਖ ਸੀ। ਇਸ ਪ੍ਰਸੰਗ ਵਿੱਚ ਆਪਣੇ ਮੂੰਹੋਂ ਹੀ ਅੱਗੋਂ ਇਹ ਬਹੌੜਾ ਸਿੱਖ ਕਹੇਗਾ ਕਿ ਤੁਸੀਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੀ ਸਰੂਪ ਹੋ ਸਾਡੇ ਵਾਸਤੇ। ਇਉਂ ਸਤਿਗੁਰਾਂ ਦਾ ਸਰੂਪ ਜਾਣ ਕੇ ਉਹ ਜਿਹੜਾ ਜਲ ਸੀ ਉਹਨੂੰ ਪਵਿੱਤਰ ਸਮਝਿਆ ਹੈ। ਇਸ ਕਰਕੇ ਘਰ ਦੇ ਵਿੱਚ ਉਸ ਜਲ ਦਾ ਛਿੱਟਾ ਦਿੱਤਾ ਹੈ, ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ। ਸੋ ਇਉਂ ਭਾਰੀ ਸਨਮਾਨ ਇਹਨਾਂ ਨੇ ਕੀਤਾ ਹੈ ਜੀ। ਖਟ ਰਸ ਕੇ ਭੋਜਨ ਕਰਵਾਏ, 6 ਰਸਾਂ ਦੇ ਭੋਜਨ ਉਸ ਸਮੇਂ ਦੋਵਾਂ ਨੇ ਸਿੱਖ ਸਿੱਖਣੀ ਨੇ ਤਿਆਰ ਕੀਤੇ। ਸਨਮਾਨਤ ਧਰ ਭਾਉ ਉਚਾਏ, ਬੜਾ ਸਨਮਾਨ ਕਰਦਿਆਂ ਬਾਬਾ ਵਿਧੀ ਚੰਦ ਸਾਹਿਬ ਜੀ ਦਾ ਪ੍ਰੇਮ ਦੇ ਨਾਲ ਬਾਬਾ ਜੀ ਨੂੰ ਭੋਜਨ ਛਕਾਇਆ। ਤ੍ਰਿਪਤ ਹੋਏ ਕਰ ਪਾਨ ਪਖਾਰੇ, ਬਾਬਾ ਜੀ ਨੇ ਭੋਜਨ ਛਕਿਆ, ਤ੍ਰਿਪਤ ਹੋਏ, ਪ੍ਰਸੰਨ ਹੋਏ, ਆਪਣੇ ਹੱਥ ਜਿਹੜੇ ਹਨ ਉਹ ਸੁੱਚੇ ਕੀਤੇ, ਚੂਲੇ ਦੀ ਕਿਰਿਆ ਨਿਭਾਈ ਹੈ। ਬਹੁਰ ਬਹੋੜਾ ਬਿਨਾ ਉਚਾਰੇ, ਫਿਰ ਇਹ ਜਿਹੜਾ ਬਹੋੜਾ ਸਿੱਖ ਹੈ ਇਸਨੇ ਬੇਨਤੀ ਕੀਤੀ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਤਾਈਂ, ਮਮ ਲਾਇਕ ਜੋ ਸੇਵਾ ਹੋਏ। ਇਹ ਕਹਿਣ ਲੱਗਾ ਹੈ ਬਾਬਾ ਜੀ ਜੋ ਸੇਵਾ ਮੇਰੇ ਲਾਇਕ ਹੋਵੇ, ਜੋ ਸਮਝਦੇ ਹੋਵੋ, ਫਰਮਾਵੋ ਸਭ ਕਰਹੁ ਸੋਏ। ਉਹ ਸੇਵਾ ਦਾ ਮੇਰੇ ਤਾਈਂ ਤੁਸੀਂ ਹੁਕਮ ਲਾ ਦਿਓ। ਮੈਂ ਉਹ ਸਾਰੀ ਸੇਵਾ ਨਿਭਾਵਾਂਗਾ ਜੋ ਤੁਸੀਂ ਮੇਰੇ ਤਾਈਂ ਆਖੋਗੇ। ਗੁਰ ਸਮ ਤੁਮਰੀ ਟਹਿਲ ਪਛਾਨੋ, ਮੈਂ ਤੁਹਾਡੀ ਸੇਵਾ, ਤੁਹਾਡੀ ਟਹਿਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੋਲੀ ਜਾਣਦਾ। ਤੁਹਾਡੀ ਸੇਵਾ ਕਰ ਲਈ ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕਰ ਲਈ। ਇਸ ਗੱਲ ਦੇ ਵਿੱਚ ਕੋਈ ਭੇਦ ਨਹੀਂ ਹੈ, ਇਸ ਗੱਲ ਵਿੱਚ ਕੋਈ ਫਰਕ ਨਹੀਂ। ਅਦਿਕ ਸ਼੍ਰੇ ਮੈਂ ਆਪਣੀ ਜਾਨੋ, ਇਹਦੇ ਵਿੱਚ ਮੈਨੂੰ ਪਤਾ ਹੈ ਕਿ ਤੁਹਾਡੀ ਸੇਵਾ ਕਰਕੇ ਮੈਨੂੰ ਮੁਕਤੀ ਪ੍ਰਾਪਤ ਹੋ ਜਾਏਗੀ, ਮੈਨੂੰ ਸੁਖ ਪ੍ਰਾਪਤ ਹੋਣਗੇ ਤੁਹਾਡੀ ਸੇਵਾ ਦੇ ਵਿੱਚੋਂ। ਕਹਿਤ ਨਾ ਸੁਖ ਚਾਹੋ ਚਾਹੀਏ ਲੇਹੀ, ਕਹਿੰਦੇ ਹੋਏ ਸੰਗਿਓ ਨਾ, ਜਿਸ ਚੀਜ਼ ਦੀ ਵੀ ਜ਼ਰੂਰਤ ਹੋਵੇ ਤੁਸੀਂ ਮੇਰੇ ਤਾਈਂ ਹੁਕਮ ਕਰਨਾ, ਮੈਨੂੰ ਆਗਿਆ ਦੇਣੀ, ਮੇਰੇ ਤੋਂ ਮੰਗ ਲੈਣੀ, ਮੈਂ ਉਸੇ ਸਮੇਂ ਉਹ ਵਸਤੂ ਹਾਜ਼ਰ ਕਰਾਂਗਾ। ਤੂੰ ਪੂਰਨ ਸਿੱਖ ਗੁਰੂ ਸਨੇਹੀ, ਤੇਰੇ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ, ਪ੍ਰੇਮੀ ਸਿੱਖ ਹੈ ਗੁਰੂ ਸਾਹਿਬ ਦਾ। ਗੁਰੂ ਤੈਨੂੰ ਪਿਆਰ ਕਰਦਾ ਹੈ, ਤੂੰ ਗੁਰੂ ਨੂੰ ਪਿਆਰ ਕਰਦਾ ਹੈ, ਐਸਾ ਪੂਰਨ ਸਿੱਖ ਹੈ। ਇਹ ਗੁਰੂ ਤੇ ਸਾਰੇ ਸਿੱਖਾਂ ਨੂੰ ਪਿਆਰ ਕਰਦਾ ਹੈ, ਗੁਰੂ ਦੇ ਹਿਰਦੇ ਦੇ ਵਿੱਚ ਕੋਈ ਭੇਦ ਨਹੀਂ ਹੈ।
ਪਰ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਭੇਦ ਹੈ। ਗੁਰੂ ਸਭ ਨੂੰ ਪਿਆਰ ਕਰਦਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਉਹ ਪੂਰਨ ਸਿੱਖ ਹੁੰਦੇ ਆ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਸਮਝਾਇਆ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜਾਂ ਸਿੱਖਾ ਮਹਿ ਚੂਕ। ਪੂਰਾ ਸਤਿਗੁਰੂ, ਸੱਚਾ ਸਤਿਗੁਰੂ ਕੀ ਕਰੇ? ਜੇ ਸੁਣਨ ਵਾਲੇ ਸਿੱਖਾਂ ਦੇ ਵਿੱਚ ਹੀ ਢਿੱਲ ਹੈ, ਅਜੇ ਉਹਨਾਂ ਦੇ ਜੀਵਨ ਦੇ ਵਿੱਚ ਹੀ ਕਮੀਆਂ ਹੈ। ਇਹਦਾ ਮਤਲਬ ਇਹ ਨਹੀਂ ਵੀ ਸਤਿਗੁਰੂ ਦੇ ਵਿੱਚ ਸਮਰੱਥਾ ਨਹੀਂ, ਸਤਿਗੁਰੂ ਦੇ ਵਿੱਚ ਸ਼ਕਤੀ ਨਹੀਂ, ਜਾਂ ਸਤਿਗੁਰੂ ਕਿਰਪਾ ਨਹੀਂ ਕਰਦਾ। ਸਤਿਗੁਰੂ ਦੀ ਕਿਰਪਾ ਸਭ ਵਾਸਤੇ ਸਮਾਨ ਹੈ। ਇਹ ਸਿੱਖ ਦੇ ਮਨ ਤੇ ਹੈ ਵੀ ਸਿੱਖ ਕਿੰਨੀ ਕੁ ਸੱਚੀ ਲਗਨ ਦੇ ਨਾਲ ਸਤਿਗੁਰੂ ਦੇ ਹਜ਼ੂਰ ਸੇਵਾ ਕਮਾਉਂਦਾ, ਹਾਜ਼ਰ ਹੁੰਦਾ, ਸਤਿਗੁਰੂ ਦੀ ਖੁਸ਼ੀ ਦਾ ਉਪਾਅ ਕਰਦਾ, ਹੀਲਾ ਕਰਦਾ ਹੈ। ਸੋ ਕਹਿਣ ਲੱਗਾ, ਤੂੰ ਪੂਰਨ ਸਿੱਖ ਹੈ, ਗੁਰੂ ਕਾ ਪੀਰ ਮਰੀਦਾਂ ਫਿਰ ਹੜੇ ਉਹ ਨਿਭੈ ਨਾਲੇ। ਐਸਾ ਸਿੱਖ ਹੈ ਤੂੰ। ਸਿੱਖ ਦੀ ਤੇ ਗੁਰੂ ਦੀ ਉਹ ਪ੍ਰੀਤ ਹੈ ਤੁਹਾਡੇ ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਵਿਚਕਾਰ, ਜਿਹੜੀ ਸਦਾ ਨਾਲ ਨਿਭਣ ਵਾਲੀ ਹੈ, ਜਿਹਦੇ ਵਿੱਚ ਕਦੇ ਕੋਈ ਭੇਦ ਫਰਕ ਨਹੀਂ ਆ ਸਕਦਾ। ਸੋ ਐਸਾ ਸਿੱਖ ਹੈ, ਐਸੀ ਖੁਸ਼ੀ ਹੈ ਤੇਰੇ ਉੱਪਰ ਸਤਿਗੁਰਾਂ ਨੇ। ਵਿਧੀ ਚੰਦ ਮਿਖ ਭਾਉ ਬਖਾਨੀ। ਜਦੋਂ ਇਸ ਦੀ ਐਸੀ ਭਾਵਨਾ ਵੇਖੀ ਨਾ ਐਸੀ ਸਿੱਖ ਦੇ, ਬਾਬਾ ਵਿਧੀ ਚੰਦ ਸਾਹਿਬ ਜੀ ਨੇ ਫਿਰ ਉਸ ਸਮੇਂ ਇਉਂ ਆਖਿਆ, ਇਸ ਦੇ ਤਾਈਂ ਸ਼ੁਭ ਕੋਸ਼ਿਸ਼ ਇੱਕ ਹਿੰਦੁਸਤਾਨੀ। ਕਹਿਣ ਲੱਗੇ, ਇੱਕ ਹਿੰਦੁਸਤਾਨੀ ਰੂਪ ਵਾਲੀ ਸ਼ੁਭ ਸੋਹਣੀ ਜਿਹੜੀ ਪੁਸ਼ਾਕ ਹੈ ਉਹ ਚਾਹੀਦੀ ਹੈ ਮੇਰੇ ਤਾਈਂ। ਸੋ ਬਨਵਾਏ ਦੇਹ ਅਬ ਮੋਹੀ। ਉਹ ਐਸੀ ਪੁਸ਼ਾਕ ਹੈ ਜਿਹੜੀ ਉਹ ਮੇਰੇ ਤਾਈਂ ਬਣਾ ਕੇ ਦੇ ਦਿਓ। ਇਸ ਗੱਲ ਤੋਂ ਪ੍ਰਤੀਤ ਹੁੰਦਾ, ਸਮਝ ਸਕਦੇ ਹਾਂ ਵੀ ਗੁਰੂ ਕੇ ਖਾਲਸੇ ਦਾ, ਗੁਰੂ ਕੇ ਸਿੱਖਾਂ ਦਾ ਪਹਿਰਾਵਾ ਮੁੱਢ ਤੋਂ ਅਲੱਗ ਹੀ ਸੀ। ਹਿੰਦੁਸਤਾਨੀ ਜੋ ਪਹਿਰਾਵਾ ਪ੍ਰਚਲਿਤ ਸੀ ਉਹ ਗੁਰੂ ਕੇ ਸਿੱਖ ਨਹੀਂ ਸੀ ਧਾਰਨ ਕਰਦੇ। ਇਸ ਪਹਿਨਾਵੇ ਨਾਲੋਂ ਸਿੱਖਾਂ ਦਾ ਭੇਦ ਸੀ, ਫਰਕ ਸੀ। ਸੋ ਕਹਿੰਦੇ ਇਸ ਕਰਕੇ ਇੱਕ ਹਿੰਦੁਸਤਾਨੀ ਪੁਸ਼ਾਕ ਹੋਵੇ, ਉਹ ਪਹਿਰਾਵੇ ਦੀ ਇੱਕ ਪੁਸ਼ਾਕ ਜਿਹੜੀ ਹੈ, ਸੋ ਬਨਵਾਏ ਦੇਹ ਅਬ ਮੋਹੀ। ਉਹ ਮੇਰੇ ਤਾਈਂ ਹੁਣ ਇੱਕ ਬਣਵਾ ਕਰਕੇ ਦੇਣੀ ਹੈ ਤੁਸੀਂ। ਇਹੀ ਸੇਵ ਸ਼ੁਭ ਲਾਇਕ ਤੋਹੀ। ਇਹੀ ਸੁੰਦਰ ਸੇਵਾ ਤੇਰੇ ਲਾਇਕ ਹੈ, ਤੂੰ ਇਹ ਸੇਵਾ ਨਿਭਾ ਦੇ। ਸੁਨਤ ਬੰਦ ਕਰ ਭਨਹਿ ਬਹੋਰਾ। ਸੁਣ ਕੇ ਦੋਵੇਂ ਹੱਥ ਜੋੜੇ ਹਨ ਇਸ ਸਿੱਖ ਬਹੋੜੇ ਨੇ, ਔਰ ਇਸ ਤਰੀਕੇ ਨਾਲ ਬੇਨਤੀ ਕਰਨ ਲੱਗਾ, ਮੈਂ ਬਨਵਾਏ ਦਿਓ ਹੋਏ ਭੋਰਾ। ਕਹਿਣ ਲੱਗੇ, ਬਾਬਾ ਜੀ ਸਵੇਰ ਚੜ੍ਹਦੇ ਹੋ, ਕੱਲ ਦੇ ਚੜ੍ਹ ਲੈਣ ਦਿਓ, ਕੱਲ ਦੇ ਦਿਨ ਦੇ ਵਿੱਚ ਹੀ ਮੈਂ ਇਹ ਜਿਹੜਾ ਤੁਹਾਡਾ ਕਾਰਜ ਹੈ, ਇਹ ਸੇਵਾ ਪੂਰੀ ਕਰ ਦਿਆਂਗਾ। ਪਰ ਕੈ ਸੁਖ ਤੇ ਨਿਸ਼ਾ ਬਿਤਾਈ। ਇਉਂ ਵਚਨਾਂ ਦੀ ਸਾਂਝ ਪਾ ਕੇ ਪੈ ਕਰਕੇ ਸੌਂ ਗਏ ਹਨ, ਆਰਾਮ ਫਰਮਾਇਆ ਹੈ, ਰਾਤ ਬਤੀਤ ਕੀਤੇ ਹੈ। ਜਾਗੇ ਤਬ ਪ੍ਰਭਾਤ ਹੋਏ ਆਈ। ਜਦੋਂ ਇਹ ਰਾਤ ਬਤੀਤ ਹੋਈ, ਸਵੇਰ ਚੜੀ, ਦੋਵੇਂ ਗੁਰੂ ਕੇ ਸਿੱਖ ਜਾਗ ਪਏ। ਸਾਥ ਬਹੋੜੇ ਉੱਠ ਕਰ ਭਾਖਾ। ਉੱਠ ਕਰਕੇ ਭਾਈ ਬਹੋੜੇ ਸਿੱਖ ਦੇ ਤਾਈਂ ਇਉਂ ਬਚਨ ਕੀਤਾ ਬਾਬਾ ਵਿਧੀ ਚੰਦ ਨੇ, ਅਸ ਕੋਸ਼ਿਸ਼ ਕੀ ਮੁਝ ਅਬ ਲਾਖਾ। ਕਹਿੰਦੇ ਜਿਹੜੀ ਤੇਰੇ ਤਾਈਂ ਰਾਤੀ ਪੁਸ਼ਾਕ ਕਹੀ ਸੀ ਨਾ, ਉਹ ਪੁਸ਼ਾਕ ਸੁਣ ਲੈ ਵੀ ਕਿਹੋ ਜੀ ਹੋਵੇ, ਉਹ ਐਸੀ ਹੋਣੀ ਚਾਹੀਦੀ ਹੈ, ਮੈਨੂੰ ਐਸੀ ਪੁਸ਼ਾਕ ਦੀ ਇੱਛਾ ਹੈ, ਦੱਸਦਾ ਹਾਂ। ਸੂਖਮ ਸੂਤ ਵਸਤਰ ਬਰ ਚੀਨੋ। ਇੱਕ ਤੇ ਸੂਤੀ ਵਸਤਰ ਹੋਵੇ ਤੇ ਸੂਖਮ ਹੋਵੇ। ਚੀਨੋ ਜਾਲੀਦਾਰ ਹੁੰਦੇ ਸੀ ਨਾ ਜਿਹੜੇ ਪਹਿਲੇ, ਥੋੜੇ ਜਿਹੇ ਮੋਟੇ ਜਾਲੀਦਾਰ ਵਸਤਰ ਹੁੰਦੇ ਸੀ, ਸੂਤੀ ਬਣਦੇ ਹੁੰਦੇ ਸੀ ਹੱਥ ਦੇ। ਸੋ ਐਸਾ ਉਹ ਵਸਤਰ ਹੋਵੇ ਜਿਹਦੀ ਪੁਸ਼ਾਕ ਬਣਨੀ ਚਾਹੀਦੀ ਹੈ। ਇਸ ਕੇ ਕਰੋ ਪਿਰਾਹਨ ਤੀਨੋ। ਇਸ ਦੇ 3 ਪਿਰਾਹਨ ਬਣਾਉਣੇ ਆ, ਇਰਾਨੀ ਚੋਲੇ ਹੁੰਦੇ ਆ ਇਹ ਪਿਰਾਹਨ, ਇਹ 3 ਚੋਲੇ ਬਣਾ ਦੇਣੇ ਇਸ ਦੇ। ਏਕ ਵੱਡੋ ਸਾਨੂੰ ਤੇ ਤਰੇ। ਇੱਕ ਤੇ ਵੱਡਾ ਹੋਵੇ, ਲੰਮਾ, ਜਿਹੜਾ ਗੋਡਿਆਂ ਤੋਂ ਥੱਲੇ ਜਾਵੇ, ਪੈਣ ਦੇ ਅਨਸਾਰ ਇੰਨੀ ਕੁ ਲੰਬਾਈ ਹੋਵੇ ਉਸ ਦੇ। ਦੁਤੀਓ ਛੋਟਾ ਤਿਸ ਤੇ ਕਰੇ। ਜਿਹੜਾ ਦੂਜਾ ਚੋਲਾ ਹੈ ਇਹ ਪਹਿਲੇ ਨਾਲੋਂ ਛੋਟਾ ਹੋਣਾ ਚਾਹੀਦਾ, ਥੋੜਾ ਆਕਾਰ ਦੇ ਵਿੱਚ। ਤਿਸ ਤੇ ਛੋਟਾ ਤੀਸਰ ਹੋਏ। ਔਰ ਜਿਹੜਾ ਤੀਸਰਾ ਚੋਲਾ ਹੈ ਉਹ ਉਹਦੇ ਨਾਲੋਂ ਵੀ ਛੋਟਾ ਹੋਵੇ। 3 ਚੋਲੇ ਬਣਵਾ ਦਿਓ ਐਸੇ ਇਰਾਨੀ। ਪਹਿਲਾ ਚੋਲਾ ਜਿਹੜਾ ਉਹ ਗੋਡਿਆਂ ਤੋਂ ਥੱਲੇ ਜਾਵੇ, ਦੂਜਾ ਉਸ ਤੋਂ ਉੱਚਾ ਹੋਵੇ, ਤੀਜਾ ਉਸ ਤੋਂ ਵੀ ਉੱਚਾ ਹੋਵੇ। ਇਹ ਰਾਜਸਥਾਨੀ ਜਿਹਾ ਪਹਿਰਾਵਾ ਬਣ ਜਾਂਦਾ, ਉਹ ਪਹਿਰਦੇ ਆ ਅੱਜ ਵੀ ਐਸੇ
3-4 ਕੱਪੜੇ ਜੇ ਪਾ ਕੇ ਸਭ ਨਾਲੋਂ ਨੀਵਾ ਇੱਕ ਥੱਲੇ ਹੁੰਦਾ ਹੈ, ਉੱਤੋਂ ਦੀ ਉਦੋਂ ਛੋਟਾ, ਉੱਤੋਂ ਦੀ ਫਿਰ ਉਦੋਂ ਛੋਟਾ। ਇਹ ਆਉਂ ਕਹਿੰਦੇ ਐਸਾ ਪਹਿਰਾਵਾ ਬਣਾ ਦਿਓ ਸਾਨੂੰ, ਪਾਇਨ ਹੇਠ ਪਜਾਮਾ ਜੋਏ, ਔਰ ਤੇੜ ਪਾਉਣ ਦੇ ਵਾਸਤੇ ਇੱਕ ਪਜਾਮਾ ਬਣਾ ਦੇਣਾ, ਗੁਲਫ ਲਗੇ ਹੋਵਹਿ ਵੱਡ ਚੌੜਾ, ਜਿਹੜਾ ਚੌੜਾ ਹੋਵੇ ਆਕਾਰ ਦੇ ਵਿੱਚ, ਤੇ ਜਿਹਨੂੰ ਗੁਲਫ ਲੱਗੇ ਹੋਣ, ਗੁੰਫੇ ਜੇ ਉੱਨ ਦੇ ਬਣਾਏ ਹੁੰਦੇ, ਫੁੱਲ ਜੇ ਹੁੰਦੇ ਸੀ ਭਾਰੀ ਭਾਰੀ ਗੇਂਦ ਵਰਗੇ, ਇਹ ਦੋਵੇਂ ਪਾਸੇ ਲਮਕਾਏ ਜਾਂਦੇ ਸੀ, ਕਹਿੰਦੇ ਉਹ ਲੱਗੇ ਹੋਣ ਇਸ ਦੇ ਤਾਏ। ਘੇਰਦਾਰ ਦੀਖੈ ਜਿਮ ਗੌਰਾ, ਔਰ ਇਹ ਜਿਹੜਾ ਪਜਾਮਾ ਹੈ ਇਹ ਘੇਰਦਾਰ ਹੋਣਾ ਚਾਹੀਦਾ ਹੈ, ਗੋਲ ਆਕਾਰ ਦੇ ਵਿੱਚ, ਔਰ ਥੋੜਾ ਜਿਹਾ ਦਿਸਣ ਦੇ ਵਿੱਚ ਭਾਰਾ ਦਿਸੇ, ਇਹ ਵਜਨਦਾਰ ਜਿਹਾ ਦਿਸੇ ਥੋੜਾ ਜਿਹਾ। ਸੁੰਦਰ ਤਿਹ ਇਜ਼ਾਰ ਬੰਦ ਪਾਏ, ਔਰ ਇਸ ਦੇ ਵਿੱਚ ਇੱਕ ਸੋਹਣਾ ਨਾਲਾ ਵੀ ਜੋ ਹੈ ਰੰਗੀਨ ਹੋਵੇ, ਸੋਹਣਾ ਸੁੰਦਰ ਬਣਾਇਆ ਹੋਇਆ, ਉਹ ਇਸ ਪਜਾਮੇ ਦੇ ਵਿੱਚ ਪਾ ਦੇਣਾ ਹੈ। ਆਜ ਤਿਆਰ ਦੇਹੋ ਦੇਹੋ ਕਰਵਾਏ, ਇਹ ਜਿਹੜੀ ਪੋਸ਼ਾਕ ਹੈ ਮੇਰੀ ਅੱਜ ਸ਼ਾਮ ਤੱਕ ਤਿਆਰ ਕਰਵਾ ਦਿਓ। ਲਾਂਬੀ ਗਜਨ ਪਿਠਾ ਇੱਕ ਪਾਗ, ਔਰ ਇਸ ਪਹਿਰਾਵੇ ਦੇ ਨਾਲ ਗਜਾਂ ਲੰਮੀ ਪੱਗ ਹੋਵੇ, 1-2 ਗਜ ਨਹੀਂ, ਭਾਵ ਇਸ ਤੋਂ ਜ਼ਿਆਦਾ ਲੰਮੀ ਹੋਵੇ, ਵੱਡੀ ਹੋਵੇ ਲੰਬਾਈ ਦੇ ਵਿੱਚ, ਜਿਸ ਕੇ ਛੋਰ ਜ਼ਰੀ ਵੱਡ ਲਾਗ, ਜਿਸ ਦੇ ਕਿਨਾਰਿਆਂ ਤੇ ਜਿਹੜੀ ਜਰੀ ਹੈ ਨਾ, ਜਰੀ ਹੋਣੀ ਚਾਹੀਦੀ ਹੈ, ਬਰੀਕ ਗੋਟਾ ਲੱਗਾ ਹੋਣਾ ਚਾਹੀਦਾ ਹੈ। ਪੀਛੇ ਹੀਨੋ ਨੋਕ ਦਰਾਜ਼, ਔਰ ਜਿਹੜਾ ਜੋੜਾ ਐਸਾ ਹੋਵੇ ਜਿਹਦੇ ਅੱਡੀਆਂ ਨਾ ਹੋਣ ਪਿੱਛੇ, ਔਰ ਨੋਕ ਦਰਾਜ ਅੱਗੇ ਲੰਮੀਆਂ ਲੰਮੀਆਂ ਨੋਕਾਂ ਹੋਣ ਇਸ ਜੋੜੇ ਦੇ। ਜੋਰਾ ਜ਼ਰੀ ਜੁਗਤ ਲਿਹੋ ਆਜ, ਐਸਾ ਜੜਿਆ ਹੋਇਆ ਕਢਾਈ ਵਾਲਾ ਜਿਹੜਾ ਜੋੜਾ ਹੈ ਇਹ ਵੀ ਅੱਜ ਹੀ ਖਰੀਦ ਲੈਣਾ ਤੁਸੀਂ। ਰਹੇ ਜਾਮ ਦਿਨ ਮੈਂ ਤਬ ਆਊਂ, ਜਦੋਂ 1 ਪਹਿਰ ਦਿਨ ਰਹਿ ਗਿਆ ਨਾ, ਬਾਕੀ 3 ਪਹਿਰ ਦਿਨ ਬਤੀਤ ਹੋ ਗਿਆ, 1 ਪਹਿਰ ਰਹਿੰਦੇ ਦਿਨ ਦੇ ਮੈਂ ਤੁਹਾਡੇ ਘਰ ਵਿੱਚ ਆਵਾਂਗਾ ਸ਼ਾਮ ਦੇ ਸਮੇਂ। ਸੌਚ ਇਸ਼ਨਾਨ ਕਰਨ ਅਬ ਜਾਊਂ, ਹੁਣ ਮੈਂ ਅੰਮ੍ਰਿਤ ਵੇਲੇ ਕਹਿੰਦੇ ਸ਼ੋਚ ਇਸ਼ਨਾਨ ਇਤਿਆਦਿਕ ਕਿਰਿਆ ਜਿਹੜੀ ਸਰੀਰ ਦੀ ਸੋਧਣ ਵਾਸਤੇ ਚੱਲਿਆ ਹਾਂ। ਆਛੀ ਬਾਤ ਬਹੋਰੇ ਕਹੀ, ਇਹ ਜਿਹੜਾ ਬਾਬਾ ਬਹੋਰਾ ਸੀ ਸਿੱਖ ਗੁਰੂ ਕਾ, ਕਹਿਣ ਲੱਗਾ ਚੰਗੀ ਗੱਲ ਹੈ ਜੀ, ਬਿਲਕੁਲ ਇਸੇ ਤਰੀਕੇ ਨਾਲ ਹੋਏਗਾ, ਤਨਹਿ ਤਿਆਰ ਕਿਮ ਬਿਲ ਮਹਿ ਨਹੀਂ, ਕਿਸੇ ਤਰੀਕੇ ਵੀ ਦੇਰ ਨਹੀਂ ਹੋਏਗੀ। ਜਿਹੜੇ ਸਮੇਂ ਤੁਸੀਂ ਆਖਿਆ ਇਸੇ ਸਮੇਂ ਇਹ ਸਾਰਾ ਸਮਾਨ, ਸਾਰੀ ਪੋਸ਼ਾਕ ਤੁਹਾਨੂੰ ਤਿਆਰ ਮਿਲੇਗੀ ਆਉਂਦਿਆਂ ਸਾਰ। ਵਿਧੀਏ ਬੜੇ ਚਾਦਰੇ ਸੰਗ, ਫਿਰ ਉਸ ਸਮੇਂ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਇੱਕ ਵੱਡੀ ਸਾਰੀ ਚਾਦਰ ਦੇ ਨਾਲ ਕਰੇ ਅਛਾਦਨ ਸਗਰੇ ਅੰਗ, ਆਪਣੇ ਸਰੀਰ ਦੇ ਸਾਰੇ ਅੰਗ ਜਿਹੜੇ ਢੱਕ ਲਏ ਹਨ। ਨਿਕਸਿਓ ਸਦਨ ਗਇਓ ਪੁਰ ਛੋਰ, ਇਸ ਨਗਰ ਨੂੰ ਛੱਡ ਕਰਕੇ ਬਾਬਾ ਜੀ ਅੰਮ੍ਰਿਤ ਵੇਲੇ ਬਾਹਰ ਨਿਕਲ ਗਏ। ਰਾਵੀ ਤੀਰ ਦੂਰ ਕਿਤ ਔਰ, ਰਾਵੀ ਦੇ ਕੰਢੇ ਤੇ ਦੂਰ, ਇਸ ਨਗਰ ਤੋਂ ਬੜੀ ਦੂਰੀ ਤੇ ਜਾ ਕੇ ਇਸ਼ਨਾਨ ਕੀਤਾ। ਦਿਨ ਦੇ ਸਮੇਂ ਨਗਰ ਵਿੱਚ ਨਹੀਂ ਸਨ ਵਸਦੇ, ਤਾਂ ਕਿ ਕੋਈ ਨਿਸ਼ਾਨਦੇਹੀ ਨਾ ਹੋ ਜਾਵੇ, ਮੈਨੂੰ ਕੋਈ ਪਛਾਣ ਨਾ ਲਵੇ। ਸੌਚ ਇਸ਼ਨਾਨ ਠਾਨ ਕਰ ਬਾਰੀ, ਔਰ ਰਾਵੀ ਦੇ ਪਵਿੱਤਰ ਠੰਡੇ ਜਲ ਦੇ ਨਾਲ ਸਰੀਰ ਦੀ ਸੁੱਚ ਕਿਰਿਆ ਕੀਤੀ ਹੈ। ਗੁਰੂ ਗਿਰਾ ਜਪ ਆਦ ਉਚਾਰੀ, ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਜਪਜੀ ਸਾਹਿਬ ਇਤਿਆਦਿਕ ਹੋਰ ਬਾਣੀਆਂ ਦਾ ਨਿਤਨੇਮ ਕੀਤਾ। ਤੀਨ ਪਹਿਰ ਪੁਨ ਵਹਿਰ ਬਿਤਾਏ, ਕਿਉਂ ਇਸੇ ਤਰੀਕੇ ਬਾਣੀ ਪੜ੍ਹਦੇ ਆ, ਵਿਚਾਰਾਂ ਕਰਦੇ ਆ, ਗੁੰਦਾਂ ਗੁੰਦਦੇ ਆ, 3 ਪਹਿਰ ਜਿਹੜੇ ਦਿਨ ਦੇ ਬਾਬਾ ਜੀ ਨੇ ਨਗਰ ਦੇ ਵਿੱਚੋਂ ਬਾਹਰ ਹੀ ਬਤੀਤ ਕੀਤੇ। ਸਦਨ ਬਹੋਰੇ ਪ੍ਰਵੇਸ਼ਿਓ ਆਏ, ਜਦੋਂ 1 ਪਹਿਰ ਦਿਨ ਬਾਕੀ ਰਹਿ ਗਿਆ, ਬਾਬਾ ਵਿਧੀ ਚੰਦ ਸਾਹਿਬ ਸ਼ਾਮ ਦੇ ਸਮੇਂ ਇਸ ਬਹੌਰੇ ਸਿੱਖ ਦੇ ਘਰ ਦੇ ਵਿੱਚ ਆ ਕੇ ਪ੍ਰਵੇਸ਼ ਕੀਤਾ। ਪੰਚ ਬਸਾਏ ਸਹਿਤ ਸਨਮਾਨਾ, ਉਸ ਸਮੇਂ ਬਾਬਾ ਜਿਹੜਾ ਬਹੋਰਾ ਸੀ ਆਪ ਤੇ ਕਿਰਤ ਕਰਦਾ ਸੀ, ਕਿਰਤ ਤੇ ਸੀ, ਇਸ ਦੀ ਬੀਬੀ ਪਤਨੀ ਘਰੇ ਸੀ। ਇਸ ਨੇ ਸਨਮਾਨ ਦੇ ਨਾਲ ਬਾਬਾ ਜੀ ਦੇ ਵਾਸਤੇ ਜੋ ਆਸਨ ਹੈ ਤਿਆਰ ਕੀਤਾ ਹੈ। ਤਿਆਰ ਆਹਾਰ ਕਰਿਓ ਰਸ ਨਾਨਾ, ਔਰ ਸ਼ਾਮ ਦਾ ਜੋ ਭੋਜਨ ਹੈ ਅਨੇਕਾਂ ਰਸਾਂ ਦੇ ਵਿੱਚ ਬੜਾ ਸੁੰਦਰ ਤਿਆਰ ਕੀਤਾ। ਉਤੀ ਬਹੋਰੇ ਕੀ ਤਬ ਤ੍ਰਿਆ, ਇਹ ਬਾਬੇ ਬਹੋਰੇ ਦੀ ਪਤਨੀ ਸਿੱਖਣੀ ਉਸ ਸਮੇਂ ਕੱਲੀ ਘਰ ਦੇ ਵਿੱਚ ਸੀ। ਭੋਜਨ ਸਭ ਅਚਵਾਵਨ ਕੀਆ, ਇਸ ਨੇ ਸਾਰੇ ਤਰੀਕਿਆਂ ਨਾਲ ਬਾਬਾ ਜੀ ਦੀ ਸੇਵਾ ਕੀਤੀ, ਭੋਜਨ ਪ੍ਰਸ਼ਾਦਾ ਇਤਿਆਦ ਦੇ। ਸੰਧਿਆ ਲਗਾਉ ਤਿਆਰ ਕਰਵਾਏ, ਇਧਰ ਜਿਹੜਾ ਸਿੱਖ ਸੀ ਗੁਰੂ ਕਾ ਬਹੋਰਾ, ਇਸ ਨੇ ਸੰਧਿਆ ਤੱਕ ਬਾਬਾ ਜੀ ਦੇ ਨਿਰਦੇਸ਼ ਅਨੁਸਾਰ ਕਹੇ ਹੋਏ ਸਾਰੇ ਵਸਤਰ ਖਰੀਦ ਕੇ ਤਿਆਰ ਕਰਕੇ, ਜੁੱਤੀ ਜੋੜਾ ਪੱਗ ਇਤਿਆਦਿਕ ਖਰੀਦ ਕੇ
ਇਹ ਸਾਰੀ ਪੁਸ਼ਾਕ ਹੈ ਜਿਹੜੀ ਪੂਰੀ ਕਰ ਲਏ। ਸਭ ਕੋਸ਼ਿਸ਼ ਕੋ ਸ਼ੁਭ ਬਨਵਾਏ, ਇਹ ਸਾਰੀ ਬੜੀ ਸੁੰਦਰ ਜਿਹੜੀ ਪੁਸ਼ਾਕ ਹੈ ਬਣਾ ਲਈ ਹੈ। ਆਨ ਬਹੋਰੇ ਧਰੀ ਅਗਾਰੀ, ਇਸ ਬਹੋਰੇ ਸਿੱਖ ਨੇ ਲਿਆ ਕਰਕੇ ਬਾਬਾ ਜੀ ਦੇ ਸਨਮੁਖ ਰੱਖ ਦਿੱਤੇ। ਦੇਖ ਪ੍ਰਸੰਨ ਹੋਵੇ ਖੁਸ਼ੀ ਉਚਾਰੀ, ਵੇਖ ਕਰਕੇ ਇਹ ਬਣੀ ਹੋਈ ਸੁੰਦਰ ਪੁਸ਼ਾਕ ਬਾਬਾ ਜੀ ਨੇ ਬੜੀ ਖੁਸ਼ੀ ਕੀਤੀ ਹੈ ਬਹੋਰੇ ਸਿੱਖ ਦੇ ਉੱਪਰ। ਸਿੱਖਨ ਕੀ ਸੇਵਾ ਸਿੱਖ ਕਰੈ, ਬਾਬਾ ਜੀ ਕਹਿਣ ਲੱਗੇ ਜਿਹੜਾ ਸਿੱਖ ਸਿੱਖਾਂ ਦੀ ਸੇਵਾ ਭਾਵਨਾ ਦੇ ਨਾਲ ਕਰਦਾ ਹੈ, ਨਿਜ ਤੇ ਵੱਧ ਗੁਰ ਲੇਖਾ ਧਰੈ, ਉਸ ਸਿੱਖ ਦੀ ਸੇਵਾ ਨੂੰ ਗੁਰੂ ਆਪਣੇ ਨਾਲੋਂ ਵੀ ਵੱਧ ਲੇਖੇ ਪਾਉਂਦਾ ਹੈ। ਜਿਹੜਾ ਸਿੱਖ ਗੁਰੂ ਕੇ ਸਿੱਖਾਂ ਦੀ ਇਉਂ ਭਾਵਨਾ ਦੇ ਨਾਲ ਸੇਵਾ ਕਰਦਾ ਹੈ ਜੀ, ਮੇਰੋ ਜਾਨ ਮਾਨ ਇਨ ਕੀਨ, ਇਸ ਨੇ ਗੁਰੂ ਇਹ ਸੋਚਦਾ ਹੈ ਵੀ ਇਸ ਸਿੱਖ ਨੇ ਮੇਰਾ ਸਿੱਖ ਜਾਣ ਕੇ ਇਸ ਦੀ ਸੇਵਾ ਕੀਤੀ ਹੈ। ਬੇਸ਼ੱਕ ਅਗਲੇ ਦੇ ਜੀਵਨ ਦੇ ਵਿੱਚ ਕਮੀਆਂ ਹੀ ਕਿਉਂ ਨਾ ਹੋਣ। ਅੱਜ ਕੱਲ੍ਹ ਅਸੀਂ ਦੇਖੋ ਹੁਣ ਸੰਸਾਰ ਦੇ ਵਿੱਚ ਕਲਯੁਗ ਦੀ ਹਵਾ ਲੱਗੀ ਹੈ, ਮਾਇਆ ਦੀ, ਪਦਾਰਥਵਾਦ ਦੀ। ਸਾਰਿਆਂ ਦੇ ਜੀਵਨ ਤਕਰੀਬਨ ਇੱਕੋ ਜਿਹੀ ਆ। ਜੇ ਕੋਈ ਪੰਜ ਕਕਾਰਾਂ ਦਾ ਧਾਰਨੀ ਆ, ਸਤਬਾਣੀਆਂ ਦਾ ਨਿਤਨੇਮੀ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਟਾਈਮ ਦਰਸ਼ਨ ਪ੍ਰਾਪਤ ਕਰਦਾ ਹੈ, ਬੜੀ ਵੱਡੀ ਫਤਿਹ ਹੈ। ਸਮਝ ਲਓ ਉਹਦਾ ਸੰਤਾਂ ਵਾਲਾ ਜੀਵਨ ਹੀ ਹੈ। ਅੱਜ ਦੇ ਯੁੱਗ ਦੇ ਵਿੱਚ ਇਹ ਗੱਲ ਨਹੀਂ ਮੈਂ ਕਹਿੰਦਾ ਵੀ ਉਹ ਰੂਹਾਂ ਹੈ ਨਹੀਂ ਜਪ ਤਪ ਵਾਲੀਆਂ, ਜਿਨ੍ਹਾਂ ਤੇ ਮਹਾਰਾਜ ਦੀ ਮਿਹਰ ਹੈ, ਸਿਮਰਨ ਕਰਨ ਵਾਲੇ ਜੀ ਘਟ ਗਏ ਹੈ। ਜਿਨ੍ਹਾਂ ਤੇ ਮਹਾਰਾਜ ਦੀ ਮਿਹਰ ਹੈ ਉਹ ਬਹੁਤ ਐਸੀਆਂ ਹਸਤੀਆਂ ਅੱਜ ਵੀ ਵਿਦਮਾਨ ਹੈ, ਕਿਉਂਕਿ ਕਦੇ ਵੀ ਕਿਸੇ ਵੀ ਚੀਜ਼ ਦਾ ਬੀਜ ਨਹੀਂ ਨਾਸ ਹੁੰਦਾ। ਨਾ ਕਦੇ ਬਦੀ ਮਰੀ ਹੈ ਸੰਸਾਰ ਵਿੱਚੋਂ, ਨਾ ਕਦੇ ਨੇਕੀ ਮਰੀ ਹੈ। ਹਾਂ ਇਹ ਗੱਲ ਜ਼ਰੂਰ ਹੈ ਵੀ ਸਮਾਂ ਪਾ ਕੇ ਇੱਕ ਦੂਜੇ ਤੇ ਬਾਅਦ ਘਾਟ ਹੁੰਦੀ ਰਹਿੰਦੀ ਹੈ। ਕਦੇ ਵਧੀਆ ਵੀ ਹੋ ਜਾਂਦੀ ਹੈ, ਕਦੇ ਨੇਕੀ ਵੀ ਹੋ ਜਾਂਦੀ ਹੈ। ਸੋ ਬਦੀ ਵੀ ਪੂਰਨ ਤੌਰ ਤੇ ਕਦੇ ਖਤਮ ਨਹੀਂ ਹੁੰਦੀ, ਤੇ ਨੇਕੀ ਵੀ ਪੂਰਨ ਤੌਰ ਤੇ ਕਦੇ ਖਤਮ ਨਹੀਂ ਹੁੰਦੀ। ਪਾਪ ਵੀ ਪੂਰਨ ਤੌਰ ਤੇ ਕਦੇ ਮੁੱਕਦਾ ਨਹੀਂ, ਪੁੰਨ ਵੀ ਪੂਰਨ ਤੌਰ ਤੇ ਕਦੇ ਮੁੱਕਦਾ ਨਹੀਂ। ਇਹ ਗੱਲਾਂ ਦੋਵੇਂ ਨਾਲ ਹੀ ਹੈ। ਇਹ ਮਹਾਰਾਜ ਦੀ ਖੇਡ ਹੀ ਐਸੀ, ਉਹਨੇ ਬਣਾਇਆ ਹੀ ਐਸਾ ਸੰਸਾਰ। ਇੱਕ ਬੜੀ ਸੋਹਣੀ ਸਾਖੀ ਗੁਰੂ ਕਲਗੀਧਰ ਦੇ ਜੀਵਨ ਦੀ ਆ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦੀਨੇ ਕਾਂਗੜ ਦੇ ਇਲਾਕੇ ਦੇ ਵਿੱਚ ਬਰਾੜਾਂ ਦੀ ਫੌਜ ਬਣਾ ਕੇ ਰਹਿ ਰਹੇ ਸਨ, ਸੱਚੇ ਪਾਤਸ਼ਾਹ ਜਿਸ ਸਮੇਂ ਜੈਤੋ ਪਹੁੰਚੇ ਆ ਨਾ, ਇੱਥੇ ਇੱਕ ਗਰੀਬ ਸਿੱਖ ਸੀ। ਸਾਰੇ ਸਿੱਖਾਂ ਨੇ ਜੈਤੋ ਦੇ ਇਲਾਕੇ ਦੇ ਆਣੇ, ਗੁਰੂ ਕੇ ਸਿੱਖ ਫੌਜੀ ਨਾਲ ਆਏ, ਵੇਖ ਕੇ ਆਪੋ ਆਪਣੇ ਘਰਾਂ ਵਿੱਚ ਨਾ ਸਭ ਦਾ ਪ੍ਰਸ਼ਾਦਾ ਕੀਤਾ। ਹੁਣ ਇਹ ਉਦੋਂ ਵੀ ਇਹ ਸਮਾਂ ਸੀ ਕਿ ਜਿਹੜੇ ਸਿੱਖ ਦੀ ਜਿਹਦੀ ਗੁਰੂ ਸਾਹਿਬ ਜੀ ਦੇ ਨਾਲ ਜਿੰਨੀ ਜ਼ਿਆਦਾ ਗੱਲਬਾਤ ਹੁੰਦੀ ਹੈ, ਜਿਹੜਾ ਜਿੰਨਾ ਜ਼ਿਆਦਾ ਨੇੜੇ ਉਹਨੂੰ ਸਾਰੇ ਖਿੱਚਦੇ ਸੀ ਵੀ ਇਹ ਸਿੱਖ ਸਾਡੇ ਘਰ ਵਿੱਚ ਆਵੇ। ਚਲੋ ਚੰਗੀ ਗੱਲ ਵੀ ਹੈ, ਪਰ ਜਿਹੜੇ ਵਿਚਾਰੇ ਘਾਹੀ ਹੁੰਦੇ ਸੀ ਜਾਂ ਗੋਹਿਆਂ ਲਿੱਦ ਸੁੱਟਣ ਵਾਲੇ ਹੁੰਦੇ ਸੀ ਘੋੜਿਆਂ ਦੀ, ਜਾਂ ਪਿੱਛੇ ਰਹਿਣ ਵਾਲੇ ਸਿੱਖ ਬਹੁਤੇ ਮੋਹਰੀ ਨਹੀਂ ਸੀ, ਉਹਨਾਂ ਨੂੰ ਹਰੇਕ ਲਿਜਾਣ ਤੋਂ ਗੁਰੇਜ਼ ਹੀ ਕਰਦਾ ਸੀ। ਸੋ ਐਸਾ ਹੀ ਇੱਕ ਗੁਰੂ ਕਾ ਸਿੱਖ ਸੀ, ਗਰੀਬ ਨਵਾਣਾ, ਗੁਰੂ ਕੇ ਘੋੜਿਆਂ ਦੀ ਸੇਵਾ ਕਰਨ ਵਾਲਾ, ਘਾਲ ਲਿੱਦੇ ਅਤੇ ਆਦਿਕ ਦੀ। ਜਦੋਂ ਮਹਾਰਾਜ ਜੈਤੋ ਪਹੁੰਚੇ, ਇਲਾਕੇ ਦੇ ਸਾਰੇ ਵੱਡੇ ਵੱਡੇ ਸਿੱਖ ਜਿਹੜੇ ਸੀ ਮੋਹਰੀ ਕਹਾਉਣ ਵਾਲੇ ਆਏ। ਸਭ ਨੇ ਆਪੋ ਆਪਣੀ ਘਰ ਦੇ ਵਿੱਚ ਸਿੱਖਾਂ ਦਾ ਪ੍ਰਸ਼ਾਦਾ ਵਰਜਿਆ ਔਰ ਕਹਿਣ ਲੱਗੇ, ਮਹਾਰਾਜ ਫਲਾਣੇ ਸਿੱਖ ਨੂੰ ਮੇਰੇ ਨਾਲ ਘੱਲ ਦਿਓ, ਧਿਉਂਕੇ ਸਿੱਖ ਨੂੰ ਮੇਰੇ ਨਾਲ ਘੱਲ ਦਿਓ, ਔਂਕੇ ਸਿੱਖ ਨੂੰ ਮੇਰੇ ਨਾਲ ਘੱਲ ਦਿਓ। ਸਭ ਨੂੰ ਲੈ ਗਏ। ਗਰੀਬ ਨਵਾਜ ਗੁਰੂ ਕਲਗੀਧਰ ਨੇ ਜਦੋਂ ਕਿਸੇ ਤੇ ਤਰੁੱਠਣਾ ਹੁੰਦਾ ਸੀ ਨਾ, ਸਾਡੇ ਗੁਰੂ ਸਾਹਿਬਾਨਾਂ ਨੇ ਜਾਂ ਹੁੰਦਾ, ਮਹਾਰਾਜ ਫਿਰ ਐਸੀ ਖੇਡ ਬਣਾਉਂਦੇ ਆ। ਉਹ ਇੱਕ ਗਰੀਬ ਸਿੱਖ ਜਿਹੜਾ ਘੋੜਿਆਂ ਦੀ ਸੇਵਾ ਕਰਦਾ ਸੀ, ਉਹਦਾ ਨਾਮ ਕਿਸੇ ਨੇ ਨਾ ਲਿਆ ਵੀ ਇਹਨੂੰ ਮੇਰੇ ਨਾਲ ਮੇਰੇ ਘਰੇ ਭੇਜ ਦਿਓ ਜੀ ਪ੍ਰਸ਼ਾਦੇ ਲਈ। ਉਧਰ ਇੱਕ ਐਸੇ ਜੈਤੋ ਨਗਰ ਦੇ ਵਿੱਚ ਅਤਿਅੰਤ ਗਰੀਬ ਸਿੱਖ ਸੀ, ਜਿਹਦੇ ਘਰ ਦੇ ਵਿੱਚ ਪੂੰਜੀ ਨਹੀਂ ਸੀ, ਵਿਚਾਰੇ ਦੇ ਬਹੁਤ ਘੱਟ, ਇੱਕ ਸਮੇਂ ਦਾ ਪ੍ਰਸ਼ਾਦਾ ਮਸਾਂ ਹੀ ਕਿਤੇ ਪੱਕਦਾ ਸੀ। ਸੋ ਇਸ ਸਿੱਖ ਨੇ ਕਿਸੇ ਸਿੱਖ ਦਾ ਨਾਮ ਨਾ ਲਿਆ ਵੀ ਮੇਰੇ ਨਾਲ ਵੀ ਕਿਸੇ ਸਿੱਖ ਨੂੰ ਭੇਜ ਦਿਓ। ਇੱਕ ਸਿੱਖ ਰਹਿ ਗਿਆ ਗੁਰੂ ਕਾ ਨਿਮਾਣਾ, ਜਿਹਨੂੰ ਕਿਸੇ ਨੇ ਖੜਿਆ ਨਹੀਂ। ਇੱਕ ਸਿੱਖ ਗੁਰੂ ਕਾ ਨਿਮਾਣਾ ਜਿਹੜਾ ਕਿਸੇ ਨੂੰ ਲਿਜਾ ਨਹੀਂ ਸੀ ਸਕਦਾ, ਉਹ ਬਚ ਗਿਆ। ਦੋਵੇਂ ਬਚ ਗਏ। ਕਲਗੀਧਰ ਨੇ ਰੱਖ ਲਏ, ਆਪ ਖੁਸ਼ੀ ਕਰਨੀ ਸੀ ਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਦੋਵੇਂ ਮਾਯੂਸ ਬੈਠੇ ਸਿੱਖਾਂ ਨੂੰ ਵੇਖ ਕੇ ਕਹਿਣ ਲੱਗੇ ਵੀ ਜਿਹੜਾ ਨਹੀਂ ਸੀ ਗਿਆ ਸਿੱਖ ਨੂੰ, ਕਹਿੰਦੇ ਤੂੰ ਗਿਆ ਨਹੀਂ ਬਈ? ਕਹਿੰਦੇ ਮਹਾਰਾਜ ਮੇਰਾ ਕਿਸੇ ਨੇ ਨਾਮ ਨਹੀਂ ਲਿਆ, ਮੈਨੂੰ ਕੋਈ ਲੈ ਕੇ ਨਹੀਂ ਗਿਆ। ਦੂਸਰੇ ਸਿੱਖ ਨੂੰ ਪੁੱਛਿਆ ਵੀ ਤੂੰ ਕਿਸੇ ਨੂੰ ਲਗਿਆ ਨਹੀਂ? ਕਹਿੰਦਾ ਮਹਾਰਾਜ ਮੇਰੇ ਘਰ ਵਿੱਚ ਕੁਝ ਹੈ ਹੀ ਨਹੀਂ, ਮੈਂ ਲਿਜਾਵਾਂ ਕੀ? ਗਰੀਬ ਨਵਾਜ ਕਹਿੰਦੇ ਸਾਡਾ ਸਿੱਖ ਬੈਠਾ, ਸਮਝ ਲਾ ਇਹ ਚਲ ਗਿਆ ਤੇ ਮੈਂ ਆ ਗਿਆ। ਜੋ ਹੈ ਤੇਰੇ ਘਰ ਦੇ ਵਿੱਚ ਬਿਨਾਂ ਤਰਕ ਤੋਂ ਬਿਨਾਂ ਸ਼ੰਕੇ ਤੋਂ ਜਾ ਕੇ ਦੇ ਅੱਗੇ ਪਰੋਸਦੇ ਜਾ, ਸਾਡੀ ਖੁਸ਼ੀ ਹੋਏਗੀ, ਖੁਸ਼ੀ ਹੋਊਗੀ ਮੇਰੀ। ਇਹ ਸਿੱਖ ਨੇ ਯਕੀਨ ਕੀਤਾ। ਦੋਵੇਂ ਸਿੱਖ ਮਿਲ ਕੇ ਤੁਰ ਪਏ, ਘਰ ਦੇ ਵਿੱਚ ਪਹੁੰਚਿਆ।
ਉਹਨਾਂ ਸਮਿਆਂ ਵਿੱਚ ਨਾ ਇੱਕ ਪੀਲੂ ਲੱਗਦਾ ਹੁੰਦਾ ਸੀ ਫਲ, ਇੱਧਰ ਜਿਹੜਾ ਬਰਾਨੀ ਇਲਾਕਾ ਸੀ ਨਾ ਜੰਗਲੀ, ਉਹਦੇ ਵਿੱਚ ਹੁੰਦਾ ਸੀ ਇਹ ਪੀਲੂ। ਉਹ ਖੱਟ ਮਿੱਠਾ ਜਿਹਾ ਫਲ ਹੁੰਦਾ ਸੀ, ਬੇਰ ਵਾਂਗੂ ਬਰੀਕ, ਉਹਦੇ ਵਿੱਚ ਗਿੜਕ ਹੁੰਦੇ ਸੀ। ਉਹਨੂੰ ਤੋੜ ਤੋੜ ਕੇ ਲੋਕ ਘਰਾਂ ਦੇ ਵਿੱਚ ਜਮ੍ਹਾਂ ਕਰਕੇ ਰੱਖ ਲੈਂਦੇ ਸੀ ਜਦੋਂ ਰੁੱਤ ਦੇ ਸਮੇਂ ਉਹ ਲੱਗਦਾ ਸੀ। ਉਹਦੇ ਵਿੱਚ ਗੁਣ ਬੜੇ ਹੁੰਦੇ ਸੀ, ਸਿਹਤ ਲਈ ਚੰਗਾ ਬੜਾ ਹੁੰਦਾ ਸੀ। ਔਰ ਦੂਜੀ ਗੱਲ, ਉਹ ਬੇਰਾਂ ਦੇ ਵਾਂਗੂ ਖਰਾਬ ਨਹੀਂ ਸੀ ਹੁੰਦਾ। ਉਹਨੂੰ ਰਾਤ ਨੂੰ ਭਿਉਂ ਕੇ ਜੇ ਸਵੇਰ ਦੇ ਸਮੇਂ ਖਾਈਦਾ ਸੀ ਨਾ, ਐਂ ਲੱਗਦਾ ਸੀ ਵੀ ਜਿਵੇਂ ਤਾਜ਼ਾ ਹੀ ਰਸ ਭਰਿਆ ਹੀ ਤੋੜਿਆ ਹੋਵੇ। ਇਹੋ ਜਿਹੀ ਖੇਡ ਹੁੰਦੀ ਸੀ ਉਸ ਪੀਲੂ ਦੀ। ਸੋ ਜਦੋਂ ਇਹ ਸਿੱਖ ਪਹੁੰਚਿਆ ਘਰ ਦੇ ਵਿੱਚ, ਇਹਨੇ ਜਾਂਦਿਆਂ ਸਾਰ ਉਹ ਜਿਹੜੇ ਪੀਲੂ ਪਏ ਸੀ ਨਾ ਘਰੇ, ਹੋਰ ਤੇ ਕੁਛ ਹੈ ਨਹੀਂ ਸੀ, ਉਹੀ ਜੰਗਲ ਵਿੱਚੋਂ ਤੋੜ ਕੇ ਲਿਆਇਆ ਸੀ। ਉਹ ਪੀਲੂ ਭਿਉਂ ਕੇ 2 ਘੜੀਆਂ ਸਿੱਖ ਦੀ ਸੇਵਾ ਕੀਤੀ, ਸਿੱਖ ਨਾਲ ਗੱਲਾਂ ਬਾਤਾਂ ਕੀਤੀਆਂ। ਜਦੋਂ ਖਾਣਯੋਗ ਹੋ ਗਏ, ਪੋਲੇ ਹੋ ਗਏ, ਪੀਲੂ ਸੁੱਕੇ ਹੋਏ, ਬੜੇ ਪ੍ਰੇਮ ਦੇ ਨਾਲ ਉਹ ਸਿੱਖ ਦੇ ਅੱਗੇ ਲਿਆ ਕੇ ਪੀਲੂ ਰੱਖਤੇ। ਉਹ ਛਕਣ ਵਾਲੇ ਸਿੱਖ ਨੇ ਵੀ ਸਿਦਕ ਦੇ ਨਾਲ ਛਕ ਲਏ ਔਰ ਕਲਗੀਧਰ ਦੇ ਚਰਨਾਂ ਦੇ ਵਿੱਚ ਅਰਜ਼ ਗੁਜ਼ਾਰੀ। ਸਾਰੇ ਸਿੱਖ ਰਾਤ ਨੂੰ ਇਕੱਠੇ ਹੋ ਗਏ ਸ਼ਾਮ ਦਾ ਪ੍ਰਸ਼ਾਦਾ ਛਕ ਕੇ। ਇਹ ਦੋਵੇਂ ਸਿੱਖ ਵੀ ਚਲੇ ਗਏ। ਸਾਰੇ ਸਿੱਖ ਆ ਕੇ ਗੁਣਾਉਣ ਲੱਗ ਗਏ ਵੀ ਮੈਂ ਫਲਾਣੇ ਦੇ ਘਰੇ ਗਿਆ ਸੀ, ਉਹਨੇ ਦਹੀਂ ਬੜੇ ਖਵਾਏ, ਉਹਨੇ ਜਲੇਬ ਬਣਾਏ, ਕਿਸੇ ਨੇ ਆਖਿਆ ਕਿਸੇ ਨੇ ਲੱਡੂ ਬਣਾਏ, ਕਿਸੇ ਨੇ ਬੂੰਦੀ ਪਕਾਈ, ਕੁਛ ਸਭ ਨੇ ਪਦਾਰਥ ਗਣਾਏ। ਉਹ ਜਿਹੜਾ ਵਿਚਾਰਾ ਪੀਲੂ ਖਾ ਕੇ ਆਇਆ ਸੀ ਉਹ ਚੁੱਪ ਕਰਕੇ ਬੈਠਾ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਉਹਨੂੰ ਖੜਾ ਕਰਕੇ ਪੁੱਛਿਆ, ਕਹਿਣ ਲੱਗੇ ਤੈਨੂੰ ਭੇਜਿਆ ਸੀ ਸਿੱਖ ਦੇ ਘਰ ਵੀ ਸਭ ਨੇ ਦੱਸ ਦਿੱਤਾ ਵੀ ਕੀ ਛਕਿਆ, ਤੂੰ ਨਹੀਂ ਦੱਸਿਆ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਇਹ ਤੁਹਾਨੂੰ ਤਾਂ ਦੱਸਦੇ ਆ ਵੀ ਇਹ ਜਾਣਦੇ, ਤੁਹਾਨੂੰ ਪਤਾ ਨਹੀਂ ਵੀ ਉਹਨਾਂ ਨੇ ਕੀ ਖਵਾਇਆ, ਕੀ ਛਕਾਇਆ। ਮੇਰੇ ਦਿਲ ਦੇ ਵਿੱਚ ਇਹ ਦੁਬਿਧਾ ਹੈ ਹੀ ਨਹੀਂ ਵੀ ਆਪ ਤੋਂ ਉਹਲੇ ਕੋਈ ਕਾਰਜ ਹੋ ਸਕਦਾ। ਜੇ ਤੁਹਾਡੇ ਤੋਂ ਛੁਪਿਆ ਹੋਵੇ ਵੀ ਉਹ ਸਿੱਖ ਨੇ ਮੈਨੂੰ ਕੀ ਛਕਾਇਆ ਤੇ ਮੈਂ ਕੀ ਛਕਿਆ, ਤੇ ਫਿਰ ਤੇ ਮੈਂ ਤੁਹਾਡੇ ਤੋਂ ਛੁਪਾਵਾਂ। ਇਹ ਮੇਰੇ ਦਿਲ ਦੀ ਭਾਵਨਾ ਹੀ ਨਹੀਂ, ਇਹ ਦਵੈਤ ਹੈ ਹੀ ਨਹੀਂ ਮੇਰੇ ਦਿਲ 'ਚ। ਮਹਾਰਾਜ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਨਹੀਂ ਫਿਰ ਵੀ ਦੱਸ ਤੇ ਸਹੀ। ਕਹਿੰਦਾ ਮਹਾਰਾਜ ਜੋ ਵੀ ਛਕਾਇਆ ਹੈ ਬੜਾ ਰਸਦਾਇਕ ਸੀ, ਐਸਾ ਪਦਾਰਥ ਅੱਜ ਤੱਕ ਮੈਂ ਛਕਿਆ ਨਹੀਂ ਹੈ। ਮਹਾਰਾਜ ਕਹਿਣ ਲੱਗੇ ਉਹ ਸਿੱਖ ਨੂੰ ਬੁਲਾ ਕੇ ਲਿਆਂਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਕਿਹਾ ਤੂੰ ਭਾਵਨਾ ਨਾਲ ਪ੍ਰੇਮ ਨਾਲ ਸੇਵਾ ਕੀਤੀ ਹੈ, ਮੇਰਾ ਸਿੱਖ ਤੇਰੇ ਤੇ ਪ੍ਰਸੰਨ ਹੋਇਆ ਹੈ। ਜਾਂ ਮੇਰਾ ਆਸ਼ੀਰਵਾਦ ਰਿਹਾ ਇਸ ਜੈਤੋ ਦੇ ਇਲਾਕੇ ਦੇ ਸਭ ਸਿੱਖਾਂ ਨਾਲੋਂ ਅਮੀਰ ਸਿੱਖ ਤੂੰ ਹੋਏਗਾ ਸਮਾਂ ਪਾ। ਤੇਰੇ ਘਰ ਦੇ ਵਿੱਚ ਕਿਸੇ ਧਨ ਪਦਾਰਥ ਦੀ ਕਮੀ ਨਹੀਂ ਹੋਊਗੀ। ਤੂੰ ਮੇਰਾ ਬਚਨ ਕਮਾਇਆ, ਮੇਰੇ ਸਿੱਖ ਨੂੰ ਪ੍ਰਸੰਨ ਕਰ ਲਿਆ ਹੈ। ਔਰ ਉਹ ਜਿਹੜਾ ਨਿਮਾਣਾ ਸਿੱਖ ਸੀ ਉਹਨੂੰ ਕਹਿਣ ਲੱਗੇ ਅੱਜ ਤੋਂ ਤੂੰ ਮੇਰਾ ਰੂਪ ਹੀ ਆ, ਤੇਰਾ ਬਚਨ ਖਾਲੀ ਨਹੀਂ ਜਾ ਸਕਦਾ, ਤੇਰਾ ਸਿਦਕ ਮੈਂ ਪਰਖ ਲਿਆ, ਮੇਰੀ ਖੁਸ਼ੀ ਹੈ ਤੇਰੇ ਤੇ। ਸੋ ਗਰੀਬ ਨਵਾਜ ਗੁਰੂ ਆਪਦੇ ਸਿੱਖਾਂ ਤੇ ਇਉਂ ਤਰੁੱਠਦਾ। ਠੀਕ ਹੈ, ਸਭ ਦੇ ਜੀਵਨ ਦੇ ਵਿੱਚ ਕਮੀਆਂ ਹੁੰਦੀਆਂ, ਪਰ ਜੇ ਸੇਵਾ ਭਾਵਨਾ ਨਾਲ ਕਰਨ ਵਾਲਾ ਕਰੇ ਉਹਦੀ ਛਾਏ ਪੈ ਜਾਂਦੀ ਹੈ। ਉਹ ਗੁਰੂ ਕਲਗੀਧਰ ਵਿਅਰਥ ਨਹੀਂ ਜਾਣ ਦਿੰਦਾ। ਸੋ ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਿਰਦ ਚੇਤੇ ਕਰਾਉਂਦੇ ਆ। ਬਾਬਾ ਬਿਧੀ ਚੰਦ ਸਾਹਿਬ ਕਹਿਣ ਲੱਗੇ ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਸੁਭਾਅ ਹੈ, ਜਿਹੜਾ ਗੁਰੂ ਕੇ ਸਿੱਖ ਦੀ ਸੇਵਾ ਕਰਦਾ ਹੈ ਨਾ, ਗੁਰੂ ਜਾਣਦਾ ਵੀ ਇਸ ਨੇ ਇਸ ਸਿੱਖ ਨੂੰ ਮੇਰਾ ਆਪਣਾ ਸਮਝ ਕੇ ਮੇਰੀ ਸੇਵਾ ਕੀਤੀ ਹੈ, ਮੇਰੇ ਸਿੱਖ ਦੀ ਸੇਵਾ ਕੀਤੀ ਹੈ। ਭਾਉ ਹੋਏ ਗੁਰੂ ਪ੍ਰਸੀਨ, ਭਾਵਨਾ ਵੇਖ ਕੇ ਗੁਰੂ ਸਾਹਿਬ ਜੀ ਤਰੁੱਠਦੇ ਆ, ਪ੍ਰਸੰਨ ਹੁੰਦੇ ਆ। ਇਹ ਬਿਰਦ ਹੈ ਸਤਿਗੁਰੂ ਦਾ। ਸੁੰਦਰ ਇੱਕ ਗੁੱਛਾ ਸਗਰੀਨ, ਕਹਿਣ ਲੱਗੇ ਹੁਣ ਇੱਕ ਕਾਰਜ ਹੋਰ ਕਰਨਾ, ਇੱਕ ਸੁੰਦਰ ਸੋਹਣੀਆਂ ਸੰਗਲੀਆਂ ਦਾ ਇੱਕ ਗੁੱਛਾ ਮੈਨੂੰ ਬਣਵਾ ਦੇਣਾ। ਦੇਹੋ ਕਰਵਾਏ ਲੋਹਾਰ ਪ੍ਰਵੀਨ, ਪਰ ਉਹ ਜਿਹਦੇ ਤੋਂ ਬਣਵਾਉਣਾ ਸੰਗਲੀਆਂ ਦਾ ਗੁੱਛਾ, ਜਿਹਦੇ ਤੋਂ ਕਢਵਾਉਣਾ ਹੈ ਉਹ ਲੋਹਾਰ ਹੈ, ਜਿਹੜਾ ਬੜਾ ਚਤਰ ਹੋਣਾ ਚਾਹੀਦਾ ਆਪਣੀ ਕਾਰ ਵਿੱਚ। ਰਾਤ ਭਏ ਮੁਝ ਪਾਸ ਪਠਾਵਹੁ, ਸਵੇਰ ਹੁੰਦਿਆਂ ਸਾਰ ਉਹ ਗੁੱਛਾ ਮੇਰੇ ਪਾਸ ਭੇਜ ਦੇਣਾ, ਮੈਂ ਜਿੱਥੇ ਵੀ ਹੋਵਾਂ। ਪਰ ਭੇਵ ਨਹਿ ਕਿਸ ਸੁਣਾਵਹੁ, ਹੋਰ ਕਿਸੇ ਨੂੰ ਇਹ ਜਿਹੜਾ ਭੇਦ ਹੈ ਦੱਸਣਾ ਨਹੀਂ ਵੀ ਮੈਂ ਐਸੀ ਪੋਸ਼ਾਕ ਤੇ ਆ ਚੀਜ਼ਾਂ ਬਿਧੀ ਚੰਦ ਦੇ ਤਾਈਂ ਬਣਵਾ ਕੇ ਦਿੱਤੀਆਂ ਹਨ। ਇਵ ਕਹਿ ਕੋਸ਼ਿਸ਼ ਲੀਨ ਵਿਸਾਲਾ, ਇਉਂ ਕਹਿ ਕਰਕੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਉਹ ਸੁੰਦਰ ਬਣੀ ਹੋਈ ਜਿਹੜੀ ਬੇਮਿਸਾਲ ਪੋਸ਼ਾਕ ਹੈ ਉਹ ਆਪ ਗ੍ਰਹਿਣ ਕਰ ਲਈ, ਲੈ ਲਏ। ਤਿਮਰ ਭਏ ਆਇਓ ਧਰਮਸ਼ਾਲਾ, ਜਿਸ
ਇਸ ਵਕਤ ਹਨੇਰਾ ਹੋਇਆ। ਬਾਬਾ ਬਿਧੀ ਚੰਦ ਸਾਹਿਬ ਜੀ ਧਰਮਸ਼ਾਲ ਵਿੱਚ ਪਹੁੰਚ ਗਏ ਹਨ। ਸੁਮਤ ਹੋਏ ਕਰ ਨਿਸ਼ਾ ਬਿਤਾਈ। ਔਰ ਗਰੀਬ ਨਵਾਜ ਨੇ ਵਿਰਾਜਮਾਨ ਹੋ ਕੇ ਅਰਮਾਨ ਫਰਮਾ ਕਰਕੇ ਰਾਤ ਬਤੀਤ ਕੀਤੇ। ਸੋਚ ਇਸ਼ਨਾਨ ਕੀਨ ਸਹਸਾਈ। ਔਰ ਸੁੱਚ ਪਵਿੱਤਰਤਾ ਸਰੀਰ ਦੀ ਕੀਤੀ ਹੈ ਸਹਸਾਈ ਕਾਲੀ ਦੇ ਨਾਲ। ਆਨ ਆਪਨਾ ਭੇਸ ਬਣਾਵੋ। ਔਰ ਬਣਾਇਆ ਹੋ ਆਣ ਕਰਕੇ ਅੰਮ੍ਰਿਤ ਵੇਲੇ ਇਸ਼ਨਾਨ ਤੋਂ ਬਾਅਦ ਆਪਣਾ ਜਿਹੜਾ ਭੇਸ ਹੈ ਉਹ ਤਬਦੀਲ ਕਰ ਲਿਆ। ਚਾਰ ਚਿਕਰ ਚੋਪਰ ਚਮਕਾਇਓ। ਚਾਰ ਜੋ ਸੁੰਦਰ ਦਾੜਾ ਹੈ ਨਾ ਬਾਬਾ ਬਿਧੀ ਚੰਦ ਸਾਹਿਬ ਜੀ ਦਾ, ਇਸ ਦੇ ਤਾਈ ਇਸ਼ਨਾਨ ਤੋਂ ਬਾਅਦ ਸਾਫ਼ ਕਰਕੇ ਚੰਗੇ ਤਰੀਕੇ ਨਾਲ ਚਮਕਾ ਲਿਆ ਹੈ। ਸਾਫ ਸ਼ਮਸ਼ ਕੇ ਕਰ ਵਿੱਚ ਚੀਰਾ। ਚਾਰ ਚਿਕਰ ਚੋਪਰ ਚਮਕਾਇਆ ਹੋ, ਕੇਸ ਆਪਣੇ ਸਿਰ ਦੇ ਚੋਪੜ ਕਰਕੇ ਚਮਕਾ ਲਏ ਹਨ ਚੰਗੀ ਤਰ੍ਹਾਂ। ਔਰ ਦਾੜੇ ਨੂੰ ਸਾਫ਼ ਕਰਕੇ ਇਸ ਦੇ ਤਾਈ ਵਿੱਚ ਚੀਰ ਦੇ ਲਿਆ ਹੈ ਠੋਡੀ ਵਾਲੀ ਜਗ੍ਹਾ ਤੋਂ। ਦਿਸ਼ ਦੋਨੋਂ ਕਰਨ ਅੰਤ ਉਚੀਰੇ। ਔਰ ਜਿਹੜੇ ਦਾੜੇ ਦੇ ਕੇਸ ਹੈ ਨਾ ਇਹ ਦੋਵਾਂ ਪਾਸਿਆਂ ਤੋਂ ਕੰਨਾਂ ਦੇ ਬਰਾਬਰ ਉਤਾਂਹ ਨੂੰ ਚੁੱਕ ਲਏ ਹਨ ਜੇ। ਜਿਬ ਕੋ ਸਥਲ ਕੋ ਕਾਢ ਦਿਖਾਵਾ। ਜਿਹੜਾ ਠੋਡੀ ਵਾਲਾ ਥਾਂ ਹੈ ਇਸ ਨੂੰ ਚੰਗੇ ਤਰੀਕੇ ਸਾਫ਼ ਕਰਕੇ ਵੀ ਨਜ਼ਰ ਪਵੇ ਸਭ ਦੇ ਤਾਈ। ਤਾਂ ਇਸ ਤਰੀਕੇ ਦੇ ਨਾਲ ਜਿਹੜੇ ਦਾੜੇ ਦੇ ਕੇਸ ਹੈ ਉੱਪਰ ਨੂੰ ਕਰ ਲਏ। ਜੁਗ ਮੂਛਨ ਕਰ ਊਚ ਮਿਲਾਵਾ। ਆਪਣੇ ਦੋਵੇਂ ਮੁਸ਼ਹਿਰਿਆਂ ਨੂੰ ਉੱਚੇ ਕਰਕੇ ਆਪਸਰੀ ਦੇ ਵਿੱਚ ਮਿਲਾ ਲਿਆ ਹੈ ਗੋਲ ਜੇ ਬਣਾ ਕਰਕੇ। ਇਹ ਰਮਲੀਆਂ ਦਾ ਭੇਸ ਹੁੰਦਾ ਇੱਕ ਜਿਹੜੇ ਅੰਦਾਜ਼ੇ ਟੇਵੇ ਲਾਉਣ ਵਾਲੇ ਮਨੁੱਖ ਹੁੰਦੇ ਆ। ਸੋ ਉਸ ਭੇਸ ਨੂੰ ਬਣਾ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਜਿਵੇਂ ਕਿਲ੍ਹੇ ਵਿੱਚ ਪ੍ਰਵੇਸ਼ ਕਰਨਗੇ ਔਰ ਦੂਜਾ ਘੋੜਾ ਕੱਢਣਗੇ। ਇਹ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸ਼ਰਵਣ ਕਰਾਂਗੇ।